ਹੈਲੋ, ਸਤਿ ਸ਼੍ਰੀ ਅਕਾਲ, ਆਦਾਬ। ਆਹ ਵਾਲੇ ਟਾਈਮ ਜਦੋਂ ਆਪਾਂ ਸਾਰੇ ਲੋਕਡਾਊਨ ਆ, ਆਪਣੇ ਆਪਣੇ ਘਰਾਂ ਦੇ ਵਿੱਚ ਬੰਦ ਆ, ਤਾਂ ਬਹੁਤ ਸਾਰੇ ਦੋਸਤ ਸੋਸ਼ਲ ਮੀਡੀਆ 'ਤੇ ਪੁੱਛਦੇ ਰਹਿੰਦੇ ਆ ਕਈ ਵਾਰ ਕਿ ਕੀ ਕੀਤਾ ਜਾ ਸਕਦਾ ਇਸ ਟਾਈਮ ਦੇ ਵਿੱਚ। ਅਤੇ ਇਹ ਵਾਲਾ ਜਿਹੜਾ ਪੋਡਕਾਸਟ ਹੈ ਸਪੈਸ਼ਲੀ ਉਹਨਾਂ ਕੁੜੀਆਂ ਲਈ ਵੀ ਜਿਨ੍ਹਾਂ ਨਾਲ ਮੈਂ ਇੱਕ ਕੈਂਪ ਕੀਤਾ ਸੀ, ਅਤੇ ਉਹਨਾਂ ਸਾਰੀਆਂ ਕੁੜੀਆਂ ਲਈ ਵੀ ਆਈ ਥਿੰਕ ਜਿਹੜੀਆਂ ਮੇਰੇ ਨਾਲ ਹਮੇਸ਼ਾ ਇਨ ਟੱਚ ਰਹਿੰਦੀਆਂ ਐਂਡ ਦੇ ਨੋ ਵਟ ਆਈ ਐਮ ਅਪ ਟੂ ਐਂਡ ਆਈ ਨੋ ਵਟ ਦੇ ਆਰ ਅਪ ਟੂ। ਅਤੇ ਇਸ ਟਾਈਮ ਜਦੋਂ ਆਪਾਂ ਟਰੈਵਲ ਨਹੀਂ ਕਰ ਸਕਦੇ, ਘਰਾਂ ਤੋਂ ਬਾਹਰ ਨਹੀਂ ਜਾ ਸਕਦੇ, ਆਫਿਸ ਨਹੀਂ ਜਾ ਸਕਦੇ, ਆਪਣੇ ਦੋਸਤਾਂ ਨੂੰ ਨਹੀਂ ਮਿਲ ਜੁਲ ਸਕਦੇ, ਅਤੇ ਕਾਫੀ ਚੇਂਜ ਹੈ, ਸਾਰਾ ਕੁਛ ਬਦਲਿਆ ਹੋਇਆ ਲੱਗਦਾ। ਅਤੇ ਇਸ ਟਾਈਮ ਮੂਡ ਸਵਿੰਗਸ ਹੋਣਾ ਬੜਾ ਸੁਭਾਵਿਕ ਹੈ, ਨੈਚੁਰਲ ਹੈ। ਅਤੇ ਪਰ ਕਿਵੇਂ ਜਿਹੜੇ ਦਿਨ ਆਪਣੇ ਮੂਡ ਸਵਿੰਗਸ ਹੋਣਾ ਵੀ ਆਈ ਥਿੰਕ ਇੱਕ ਆਪਣਾ ਲਾਈਫ ਸਟਾਈਲ ਹੈ ਜਿਹੜਾ ਹਰ ਦਿਨ ਦਾ ਇੱਕੋ ਜਿਹਾ ਹੋਣਾ ਅਤੇ ਬੋਰਿੰਗ ਹੋਣਾ ਵੀ ਕਾਫੀ ਸੁਭਾਵਿਕ ਹੈ। ਬਟ ਕਿਵੇਂ ਆਪਾਂ ਇਸ ਟਾਈਮ ਨੂੰ ਥੋੜ੍ਹਾ ਇੰਟਰਸਟਿੰਗ ਬਣਾ ਸਕਦੇ ਹਾਂ, ਐਂਡ what are those I would say like top 10 things, top super 10 things we can do at home, I would call this podcast। ਤੇ ਇਹਦੇ ਬਾਰੇ ਮੈਂ ਗੱਲ ਕਰੂੰਗੀ। ਸੋ ਆਪਾਂ ਥੋੜ੍ਹਾ ਹਰ ਵਿਸ਼ੇ ਦੇ ਬਾਰੇ, ਹਰ ਟੋਪਿਕ ਦੇ ਬਾਰੇ ਥੋੜ੍ਹੀ ਗੱਲ ਕਰਾਂਗੇ, ਐਂਡ ਦੈਨ ਵਿਲ ਮੂਵ ਔਨ ਦ ਨੈਕਸਟ ਵਨ। ਸੋ ਜਿਵੇਂ ਪਹਿਲਾ ਹੈ ਇਟ ਵਰਕਸ ਫॉर ਮੀ ਐਂਡ ਇੰਦਰ। ਜਿਵੇਂ ਜਿਹੜੇ ਵੀ ਲੋਕਾਂ ਨੂੰ ਆਪਣੀਆਂ ਡਾਇਰੀਜ਼ ਲਿਖਣ ਦੀ ਆਦਤ ਹੈ, ਜਾਂ ਫਿਰ ਲਾਈਕ ਨਾਟ ਨੈਸੈਸਰੀਲੀ ਡਾਇਰੀਜ਼, ਬਹੁਤ ਸਾਰੇ ਉਹ ਪੇਜਸ ਹੋ ਸਕਦੇ ਆ, ਤੁਹਾਡੀਆਂ ਕਾਪੀਆਂ ਦੇ ਪਿਛਲੇ ਪੇਜ ਹੋ ਸਕਦੇ ਆ, ਜਿਨ੍ਹਾਂ 'ਤੇ ਆਪਾਂ ਲਿਸਟਾਂ ਬਣਾਉਂਦੇ ਰਹਿੰਦੇ ਹਾਂ ਹਮੇਸ਼ਾ, ਜਾਂ ਆਪਣਾ ਕੁਛ ਲਿਖਦੇ ਰਹਿੰਦੇ ਹਾਂ। ਉਹ ਲਿਸਟਾਂ ਤੁਹਾਡੀਆਂ ਟੂ ਵਾਚ ਲਿਸਟਾਂ ਵੀ ਹੋ ਸਕਦੀਆਂ, ਜਿਹਦੇ 'ਚ ਫਿਲਮਾਂ, ਸੀਰੀਅਲਸ ਜਾਂ ਵੀਡੀਓਜ਼ ਦੇ ਨਾਮ ਹੋ ਸਕਦੇ ਆ, ਜਾਂ ਫਿਰ ਉਹ ਲਿਸਟਾਂ ਕੁਛ ਕਿਤਾਬਾਂ ਦੀਆਂ ਲਿਸਟਾਂ ਵੀ ਹੋ ਸਕਦੀਆਂ, ਜਿਹਦੇ ਵਿੱਚ ਕੀ ਪੜ੍ਹਨਾ ਹੈ, ਤੁਸੀਂ ਕੀ ਪੜ੍ਹਨਾ ਚਾਹੁੰਦੇ ਆ ਉਹ ਹੋ ਸਕਦਾ। ਜਾਂ ਫਿਰ ਕਈ ਵਾਰੀ ਆਪਾਂ ਟੂ ਡੂ ਲਿਸਟਾਂ ਬਣਾਈਆਂ ਹੁੰਦੀਆਂ ਕਿ ਆਹ ਮੈਂ ਕਰਨਾ ਆ, ਔਰ ਉਹ ਕੁਛ ਵੀ ਹੋ ਸਕਦਾ। ਅਤੇ ਅੱਛਾ ਹੋਏਗਾ ਜੇ ਆਪਾਂ ਆਪਦੀਆਂ ਉਹ ਪੁਰਾਣੀਆਂ ਜਿਹੜੀਆਂ ਲਿਖੇ ਹੋਏ ਵਰਕੇ ਨੇ, ਉਹਨਾਂ ਵਿੱਚੋਂ ਉਹਨਾਂ ਨੂੰ ਗੋ ਥਰੂ ਕਰੀਏ, ਉਹਨਾਂ ਨੂੰ ਰਿਵਾਈਜ਼ ਕਰੀਏ, ਐਂਡ ਦੈਨ ਕਿਉਂਕਿ ਆਹ ਟਾਈਮ 'ਚ ਆਪਾਂ ਉਹ ਸਾਰਾ ਕੁਛ ਕਰ ਸਕਦੇ ਹਾਂ, ਐਂਡ ਦੈਨ ਆਪਾਂ ਇੱਕ ਉਹਨਾਂ ਨੂੰ ਨਵੇਂ ਸਿਰੇ ਤੋਂ ਲਿਖ ਕੇ ਉਹਨਾਂ ਦੀ ਪ੍ਰਾਇਓਰਿਟੀ ਸੈੱਟ ਕਰਕੇ ਉਹਨਾਂ ਨੂੰ ਕਰਨਾ ਸ਼ੁਰੂ ਕਰ ਸਕਦੇ ਹਾਂ, ਐਂਡ ਦੈਨ ਵੀ ਕੈਨ ਜਸਟ ਟਿਕ ਦੋਜ਼, ਜਿਹੜਾ ਹੋ ਗਿਆ ਉਹਨੂੰ ਹਾਈਲਾਈਟ ਕਰਦੇ ਰਹੀਏ ਜਾਂ ਕੁਛ। ਤਾਂ ਉਹ ਇੱਕ ਸੈਂਸ ਆਫ ਫੁਲਫਿਲਮੈਂਟ ਦਿੰਦਾ ਕਿ ਜਿਹੜਾ ਇੰਨੇ ਟਾਈਮ ਤੋਂ ਜਿਹੜੀਆਂ ਚੀਜ਼ਾਂ ਅਸੀਂ ਕਰਨਾ ਚਾਹੁੰਦੇ ਸੀਗੇ ਉਹ ਇਸ ਟਾਈਮ 'ਤੇ ਅਸੀਂ ਕਰ ਪਾ ਰਹੇ ਹਾਂ, ਸੈਂਸ ਆਫ ਅਚੀਵਮੈਂਟ ਆਉਂਦੀ ਹੈ। ਦੂਸਰਾ ਹੈ, ਜਦੋਂ ਆਪਾਂ ਬਿਜ਼ੀ ਹੁੰਦੇ ਹਾਂ, ਕੰਮ ਕਰ ਰਹੇ ਹਾਂ ਜਾਂ ਕਾਲਜ ਜਾਂਦੇ ਹਾਂ ਜਾਂ ਕੁਛ ਵੀ ਆ, ਉਸ ਟਾਈਮ 'ਤੇ ਆਪਾਂ ਬਹੁਤ ਵਾਰ ਸੋਚਦੇ ਹਾਂ ਕਿ ਯਾਰ ਮੈਂ ਆਪਣਾ ਰੂਮ ਡੈਕੋਰੇਟ ਕਰੂੰਗੀ ਜਾਂ ਕਰੂੰਗਾ, ਔਰ ਨਾਟ ਜਸਟ ਰੂਮ, ਕਈ ਵਾਰ ਘਰ ਨੂੰ ਲੈ ਕੇ ਵੀ ਆਪਣੇ ਬਹੁਤ ਸੁਪਨੇ ਹੁੰਦੇ ਆ, ਹੈ ਨਾ। ਲਾਈਕ ਆਈ ਰਿਮੈਂਬਰ ਮੈਂ ਬਹੁਤ ਵਾਰ, ਮੇਰੀ ਇੱਕ ਅਲਮਾਰੀ ਹੁੰਦੀ ਸੀ ਕਿਤਾਬਾਂ ਵਾਲੀ, ਮੈਂ ਉਹਦੇ 'ਚ ਕਦੀ ਫੋਟੋ ਲਾ ਦੇਣੀਆਂ ਕੱਟ ਕੇ, ਕਦੀ ਕਿਤਾਬਾਂ ਇੱਧਰ ਉੱਧਰ ਕਰ ਦੇਣੀਆਂ, ਕਦੇ ਆਪਣੀ ਲਾਇਬ੍ਰੇਰੀ ਬਣਾ ਲੈਣੀ ਨਿੱਕੀ ਜਿਹੀ, ਲਾਈਕ ਐਨ ਨੰਬਰ ਆਫ ਥਿੰਗਸ, ਹੈ ਨਾ। ਪਰ ਹੁਣ ਜਦੋਂ ਆਪਾਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਐਂਡ ਬਾਹਰ ਆਉਣਾ ਜਾਣਾ ਸ਼ੁਰੂ ਕਰ ਦਿੰਦੇ ਹਾਂ, ਕਾਲਜ ਜਾਂਦੇ ਹਾਂ, ਤਾਂ ਆਪਾਂ ਨੂੰ ਰੋਜ਼ ਉਹ ਟਾਈਮ ਨਹੀਂ ਮਿਲਦਾ ਸੋ ਦੈਟ ਵੀ ਕੈਨ ਜਸਟ ਮੇਕ ਓਵਰ ਆਪਣੀ ਜਿਹੜੀ ਜਗ੍ਹਾ ਜਿੱਥੇ ਆਪਾਂ ਰਹਿੰਦੇ ਹਾਂ ਉਹਦਾ ਮੇਕ ਓਵਰ ਕਰ ਸਕੀਏ। ਸੋ ਵਾਟ ਇਫ ਵੀ ਡੈਕੋਰੇਟ ਆਰ ਰੂਮ, ਔਰ ਆਪਣਾ ਘਰ ਉਹਨੂੰ ਆਪਾਂ ਸਾਫ਼ ਤਾਂ ਚਲ ਕਰਦੇ ਹੀ ਹਾਂ, ਆਪਾਂ ਆਪਣੇ ਘਰ ਦੇ ਵੀ ਕਰੀ ਜਾਂਦੇ ਹਾਂ, ਬਟ ਵਾਟ ਇਫ ਵੀ ਜਸਟ ਡੈਕੋਰੇਟ ਇਟ। ਐਂਡ ਡੈਕੋਰੇਸ਼ਨ ਦੇ ਵਿੱਚ ਇਹ ਵੀ ਹੋ ਸਕਦਾ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੇਸਟ ਮਟੀਰੀਅਲ ਤੋਂ ਬਣਾ ਸਕਦੇ ਹੋ। ਐਂਡ ਦੂਸਰਾ ਇਹ ਵੀ ਹੋ ਸਕਦਾ ਕਿ ਤੁਸੀਂ ਮੇਰੇ ਨਾਲ ਜ਼ਿਆਦਾਤਰ ਲੋਕ ਉਹੀ ਜੁੜੇ ਹੋਏ ਜਿਹੜੇ ਕਿਤਾਬਾਂ ਬਹੁਤ ਪੜ੍ਹਦੇ ਆ, ਆਰਟ ਨਾਲ ਜੁੜੇ ਹੋਏ ਆ, ਆਰਟ ਦੀ ਕਿਸੇ ਵੀ ਸਿਨਫ ਨਾਲ। ਸੋ ਤੁਸੀਂ ਕੋਟੇਸ਼ਨਸ ਲਿਖ ਸਕਦੇ ਹੋ, ਤੁਸੀਂ
ਆਈ ਡੋਂਟ ਨੋ, ਮੇਬੀ ਤੁਹਾਡੀ ਕਿਤਾਬਾਂ ਦੇ ਵਿੱਚ ਕੋਈ ਇੱਦਾਂ ਦੇ ਪੇਜਸ ਹੋਣ, ਫੋਟੋ ਹੋਣ, ਸੋਹਣੀਆਂ ਕੋਟੇਸ਼ਨਸ ਹੋਣ ਜਿਹੜੀਆਂ ਤੁਸੀਂ ਚਿਪਕਾ ਸਕਦੇ ਆਪਣੇ ਬੈੱਡ ਦੇ ਆਸ-ਪਾਸ। ਕੋਈ ਇੱਦਾਂ ਦੀ ਚੀਜ਼ ਹੋ ਸਕਦੀ ਹੈ ਜਿਹੜੀ ਤੁਹਾਡਾ ਜੀਅ ਕਰਦਾ ਕਿ ਉਹ ਜਦੋਂ ਤੁਸੀਂ ਉੱਠੋ ਅਤੇ ਪਹਿਲਾਂ ਉਹ ਦੇਖੋ ਅਤੇ ਤੁਸੀਂ ਉਹ ਆਪਦੇ ਬੈੱਡ ਦੇ ਆਸ-ਪਾਸ ਲਾ ਸਕਦੇ ਹੋ। ਮੈਂ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਮੈਨੂੰ ਵੇਸਟ ਚੀਜ਼ਾਂ ਤੋਂ ਚੀਜ਼ਾਂ ਬਣਾਉਣ ਦਾ ਸ਼ੌਕ ਆ, ਸੋ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਤਾਂ ਟੀ-ਸ਼ਰਟ ਨੂੰ ਕੱਟ ਕੇ ਉਹਦੇ ਕੋਸਟਰਸ ਬਣਾਏ ਆ। ਜਿਵੇਂ ਜਿਹੜਾ ਸਾਡਾ ਡਾਈਨਿੰਗ ਟੇਬਲ ਆ ਉਹ ਸ਼ੀਸ਼ੇ ਦਾ, ਸੋ ਉਹਦੇ 'ਤੇ ਜਦੋਂ ਗਰਮ ਆਪਾਂ ਪਤੀਲਾ ਜਾਂ ਕੁੱਕਰ ਰੱਖਦੇ ਹਾਂ ਤਾਂ ਉਹਦੇ ਨੀਚੇ ਰੱਖਣ ਲਈ ਕੋਸਟਰਸ। ਯੂ ਕੈਨ ਆਸਕ ਮੀ ਫॉर ਦ ਪਿਕਚਰ ਆਫ ਇਟ, ਵੀ ਉਹਦਾ ਜਾਂ ਦ ਵੇ ਟੂ ਮੇਕ ਇਟ, ਜੋ ਵੀ ਮਤਲਬ ਤੁਸੀਂ ਚਾਹੋ। ਅਤੇ ਹੋਰ ਕਈ ਚੀਜ਼ਾਂ ਨੇ ਮਤਲਬ ਜਿਹੜੀਆਂ ਤੁਹਾਨੂੰ ਪਤਾ ਕਿ ਤੁਸੀਂ ਆਪਦਾ ਰੂਮ ਕਿਵੇਂ ਦਾ ਚਾਹੁੰਦੇ ਹੋ, ਅਤੇ ਉਹਦੇ 'ਚ ਤੁਸੀਂ ਮਾਈਨਰ ਤੋਂ ਲੈ ਕੇ ਮੇਜਰ ਚੇਂਜਸ ਲੈ ਕੇ ਆ ਸਕਦੇ ਹੋ। ਤੀਸਰਾ ਜੋ ਮੈਨੂੰ ਲੱਗਦਾ ਜ਼ਿਆਦਾਤਰ ਜਿਹੜੇ ਚਾਹੇ ਗਰੋਨ ਅਪ ਹੋਵੇ ਚਾਹੇ ਬੱਚੇ ਹੋਣ, ਸਾਨੂੰ ਸਾਰਿਆਂ ਨੂੰ ਡਰਾਇੰਗ ਕਰਨੀ ਪਸੰਦ ਹੁੰਦੀ ਆ, ਬਟ ਬਚਪਨ ਦੀਆਂ ਮੈਮਰੀਜ਼ ਕਹਿ ਲਓ ਜਾਂ ਬਚਪਨ ਦੇ ਵਿੱਚ ਆਪਾਂ ਨੂੰ ਆਪਣੇ 'ਚੋਂ ਬਹੁਤ ਸਾਰੇ ਦੋਸਤ ਇੱਦਾਂ ਦੇ ਵੀ ਨੇ ਜਿਹੜੇ ਲੋਅਰ ਮਿਡਲ ਕਲਾਸ ਜਾਂ ਇੱਦਾਂ ਦੀਆਂ ਫੈਮਲੀਜ਼ ਨੂੰ ਬਿਲੋਂਗ ਕਰਦੇ ਨੇ ਕਿ ਆਪਣੇ ਕੋਲ ਬਚਪਨ 'ਚੋਂ ਰੰਗ ਨਹੀਂ ਸੀ ਸਾਰੇ, ਹੈ ਨਾ, ਅਤੇ ਆਪਾਂ ਰੋਂਦੇ ਵੀ ਰਹੇ ਹਾਂ ਰੰਗਾਂ ਪਿੱਛੇ, ਆਈ ਨੋ। ਬਟ ਹੁਣ ਜਦੋਂ ਸਾਨੂੰ ਇਹ ਸਮਝ ਲੱਗ ਜਾਂਦੀ ਆ ਕਿ ਰੰਗ ਕਿਹੜੇ ਆ, ਦੈਟ ਡਜ਼ਨਟ ਮੈਟਰ ਇਹ ਕਰਦਾ ਕਿ ਰੰਗ ਹੈਗੇ ਆ ਸਾਡੇ ਕੋਲ, ਅਤੇ ਅਸੀਂ ਆਪਣੇ ਕੋਲ ਜਿਹੜੇ ਰੰਗ ਹੈਗੇ ਆ ਉਹਨਾਂ ਨਾਲ ਕਿਵੇਂ ਕੋਈ ਚੀਜ਼ ਵਾਹ ਸਕਦੇ ਹਾਂ, ਉਹਨਾਂ ਨਾਲ ਕਿਵੇਂ ਜ਼ਿੰਦਗੀ ਨੂੰ ਸੋਹਣਾ ਬਣਾ ਸਕਦੇ ਹਾਂ। ਸੋ ਆਈ ਥਿੰਕ ਸਾਨੂੰ ਸਾਰਿਆਂ ਨੂੰ ਡਰਾਇੰਗ ਜ਼ਰੂਰ ਕਰਨੀ ਚਾਹੀਦੀ ਆ। ਇਟਸ ਅ ਵੰਡਰਫੁਲ ਥਿੰਗ ਟੂ ਕਲੀਅਰ ਅਪ ਯੋਰ ਮਾਈਂਡ ਐਂਡ ਈਵਨ ਡੂਡਲਿੰਗ ਕਰਨਾ ਜਾਂ ਫਿਰ ਡਰਾਇੰਗ ਕਰਨਾ ਜਾਂ ਉੱਦਾਂ ਹੀ ਕੁਛ ਰੰਗ ਕਰਨਾ, ਔਰ ਇਹਦੇ ਤੋਂ ਤੁਸੀਂ ਛੋਟੀਆਂ ਬਹੁਤ ਸੋਹਣੀਆਂ ਚੀਜ਼ਾਂ ਬਣਾ ਸਕਦੇ ਹੋ। ਜਿਵੇਂ ਫੋਰ ਐਗਜ਼ਾਮਪਲ ਜੇ ਤੁਹਾਨੂੰ ਲਿਖਣ ਦਾ ਸ਼ੌਕ ਹੈ ਤਾਂ ਤੁਸੀਂ ਕੈਲੀਗ੍ਰਾਫੀ ਸਿੱਖਣੀ ਸ਼ੁਰੂ ਕਰ ਸਕਦੇ ਹੋ। ਕੈਲੀਗ੍ਰਾਫੀ ਦੀਆਂ ਯੂਟਿਊਬ ਤੋਂ ਲੈ ਕੇ ਇੰਸਟਾਗ੍ਰਾਮ ਐਂਡ ਹਰ ਕਿਤੇ ਬਹੁਤ ਸਾਰੀਆਂ ਵੀਡੀਓਜ਼ ਹੋਣਗੀਆਂ। ਤੁਹਾਨੂੰ ਜੇ ਵੈਸੇ ਹੀ ਤੁਹਾਡੀ ਲਿਖਾਈ ਸੋਹਣੀ ਹੈ ਤਾਂ ਤੁਸੀਂ ਆਪੇ ਟਰਾਈ ਕਰ ਸਕਦੇ ਹੋ ਵੱਖਰੇ ਤਰੀਕਿਆਂ ਨਾਲ ਲਿਖਣ ਦਾ। ਜੇ ਨਹੀਂ ਸੋਹਣੀ ਤਾਂ ਉਹ ਸੋਹਣੀ ਹੋ ਸਕਦੀ ਆ। ਡਰਾਇੰਗ ਦੇ ਵਿੱਚ ਮੈਨੂੰ ਲੱਗਦਾ ਵੀ ਤੁਸੀਂ ਬੁੱਕ ਮਾਰਕਸ ਤੋਂ ਲੈ ਕੇ ਕੁਛ ਵੀ ਬਣਾ ਸਕਦੇ ਆ। ਐਂਡ ਰੰਗਾਂ ਦੀ ਹੁਣ ਕੋਈ ਜ਼ਿਆਦਾ ਦਿੱਕਤ ਨਹੀਂ ਹੋਣੀ, ਕਿਉਂਕਿ ਜੇ ਤੁਹਾਡੇ ਕੋਲ ਮੰਨ ਲਓ ਰੰਗ ਨਹੀਂ ਵੀ ਹੈਗੇ ਤਾਂ ਤੁਸੀਂ ਆਪਣੇ ਆਂਢ ਗੁਆਂਢ ਬੱਚਾ ਕੋਈ ਹੋਊਗਾ, ਤੁਹਾਡੇ ਘਰ ਬੱਚੇ ਹੋਣਗੇ ਨਿੱਕੇ ਸਕੂਲ ਜਾਂਦੇ ਆ, ਸੋ ਜਿਹੜੇ ਵੀ ਰੰਗ ਤੁਹਾਡੇ ਕੋਲ ਹੈਗੇ ਆ, ਮੋਮ ਵਾਲੇ ਰੰਗ ਤਾਂ ਯੂਜ਼ਲੀ ਹੁੰਦੇ ਹੀ ਆ, ਉਹਨਾਂ ਰੰਗਾਂ ਨੂੰ ਵਰਤ ਕੇ, ਜੇ ਨਹੀਂ ਵੀ ਹੈਗੇ ਦੈਨ ਲਾਈਕ ਪੈਨਸਿਲ ਯੂਜ਼ ਕਰ ਲਓ, ਵੱਖ ਤਰ੍ਹਾਂ ਦੇ ਪੈਨ ਯੂਜ਼ ਕਰ ਲਓ, ਉਹ ਹੋ ਸਕਦੇ ਆ। ਦੂਸਰਾ ਅੱਜ ਕੱਲ੍ਹ ਮੈਨੂੰ ਮਤਲਬ ਪਹਿਲਾਂ ਵੀ ਸੀਗਾ ਪਰ ਹੁਣ ਮੈਂ ਸਿੱਖ ਰਹੀ ਹਾਂ ਹੌਲੀ ਕਰਕੇ ਡੂਡਲ ਕਰਨਾ, ਹੈ ਨਾ। ਡੂਡਲ ਦੇ ਵਿੱਚ ਡੂਡਲ ਹੈ, ਮੰਡਲਾਜ਼ ਡਰਾ ਕਰਨ ਦਾ ਬਹੁਤ ਮਜ਼ਾ ਆਉਂਦਾ, ਐਂਡ ਖਾਸ ਕਰਕੇ ਜਦ ਤੁਸੀਂ ਸਟਰੈਸਡ ਹੋ, ਕਿਉਂਕਿ ਮੰਡਲਾ ਜਿਹੜੇ ਹੁੰਦੇ, ਮੰਡਲਾਜ਼ ਜਾਂ ਮੰਡਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਮੰਡਲਾਜ਼ ਆ ਜਿਹੜੇ ਗੋਲ ਸ਼ੇਪ ਦੇ ਵਿੱਚ ਹੁੰਦੇ ਆ। ਤੁਸੀਂ ਸਰਕਲ ਵਾਲਿਆ ਐਂਡ ਸਰਕਲ ਦੇ ਵਿੱਚ ਵਿਦਿਨ ਸਰਕਲ ਜਾਂ ਸਰਕਲ ਦੇ ਵਿੱਚ ਹੋਰ ਸ਼ੇਪਸ ਛੋਟੀਆਂ ਮਾਈਨਿਊਟ, ਐਂਡ ਤੁਸੀਂ ਜ਼ਿਆਦਾਤਰ ਤੁਸੀਂ ਮੇਰੇ ਤੋਂ ਇਹਦੀ ਵੀ ਫੋਟੋ ਮੰਗ ਸਕਦੇ ਹੋ। ਜਿਵੇਂ ਮੇਰੇ ਰੂਮ ਦੇ ਵਿੱਚ ਇੱਕ ਡੂਡਲ ਲੱਗਿਆ ਹੋਇਆ, ਉਹਦੇ 'ਚ ਸਿਰਫ ਕਾਲਾ ਪੈਨ ਯੂਜ਼ ਕੀਤਾ ਹੋਇਆ ਮੈਂ, ਕਾਲਾ ਸਕੈਚ, ਬਟ ਤੁਸੀਂ ਪੈਨ ਵੀ ਯੂਜ਼ ਕਰ ਸਕਦੇ ਹੋ। ਐਂਡ ਹੋਰ ਬਹੁਤ ਸਾਰੇ ਜਿਵੇਂ ਸਹਿਜ ਹੈ ਮੇਰੀ ਫਰੈਂਡ, ਉਹ ਬਹੁਤ ਸੋਹਣੇ ਡੂਡਲ ਬਣਾਉਂਦੀ ਆ, ਅਤੇ ਮੈਂ ਮੈਂ ਐਕਚੁਅਲੀ ਉਹਦੇ ਤੋਂ ਇੰਸਪਾਇਰਡ ਆ। ਅੱਜ ਕੱਲ੍ਹ ਉਹਨੂੰ ਦੇਖ ਕੇ ਮੈਂ ਬਣਾਉਂਦੀ ਰਹਿੰਦੀ ਹਾਂ। ਤੁਸੀਂ ਗੂਗਲ ਕਰ ਸਕਦੇ ਹੋ ਮੰਡਲਾ ਆਰਟ ਜਾਂ ਡੂਡਲ ਆਰਟ, ਡਰਾਇੰਗ, ਇੱਦਾਂ ਹੀ ਕਲਰਸ, ਜਾਂ ਦੇਰ ਆਰ ਨਿਊਮਰਸ ਥਿੰਗਸ ਯੂ ਕੈਨ ਡੂ ਵਿਦ ਕਲਰਸ, ਔਰ ਇਹਨੂੰ ਹੀ ਤੁਸੀਂ ਕੋਲੈਬੋਰੇਟ ਕਰ ਸਕਦੇ ਹੋ ਟੂ ਡੈਕੋਰੇਟ ਯਰ ਰੂਮ। ਐਂਡ ਮੂਵ ਔਨ ਟੂ ਦ ਨੈਕਸਟ, ਚੌਥਾ ਜਿਹੜਾ ਹੈ ਉਹ ਮੈਨੂੰ ਜਿਹਦੇ 'ਤੇ ਮੈਂ ਹਮੇਸ਼ਾ ਬਹੁਤ ਜ਼ੋਰ ਦਿੰਦੀ ਹਾਂ, ਦੈਟ ਵੀ ਕੈਨ ਰਾਈਟ ਗ੍ਰੈਟੀਟਿਊਡ ਲੈਟਰਸ ਔਰ ਵੀ ਕੈਨ ਚੈੱਕ ਵਿਦ ਆਰ ਲਵਡ ਵਨਸ। ਆਪਣੀ ਬਿਜ਼ੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਨਾਲ ਆਪਾਂ ਦੁਬਾਰਾ ਤੋਂ ਰਾਬਤਾ ਕਰਨਾ ਚਾਹੁੰਦੇ ਹਾਂ ਪਰ ਨਹੀਂ ਕਰ ਪਾਉਂਦੇ।
ਕਹਿ ਲਓ ਟਾਈਮ ਨਹੀਂ ਹੁੰਦਾ, ਉਹਨਾਂ ਕੋਲ ਨਹੀਂ ਹੁੰਦਾ ਜਾਂ ਆਪਣੇ ਕੋਲ ਨਹੀਂ ਹੁੰਦਾ, ਫੋਰ ਵਾਟ ਐਵਰ ਰੀਜ਼ਨ ਨਹੀਂ ਕਰ ਪਾਉਂਦੇ। ਪਰ ਹੁਣ ਜਦੋਂ ਆਪਾਂ ਨੂੰ ਇਹ ਪਤਾ ਹੈ ਕਿ ਪੂਰੀ ਦੁਨੀਆ, ਤਕਰੀਬਨ ਪੂਰੀ ਦੁਨੀਆ ਕੋਲ ਟਾਈਮ ਹੈ, they can afford to write a letter, they can afford to write an email or drop a text or a call, ਹੈ ਨਾ, ਅਤੇ ਤੁਸੀਂ ਇਹ ਕਰ ਸਕਦੇ ਆ। ਉਹ ਤੁਹਾਡੇ ਕੋਈ ਸਕੂਲ ਦੇ ਟੀਚਰਸ ਹੋ ਸਕਦੇ ਆ ਪੁਰਾਣੇ, ਉਹ ਤੁਹਾਡਾ ਕੋਈ ਬਚਪਨ ਦਾ ਦੋਸਤ ਹੋ ਸਕਦਾ, ਔਰ anyone, just anyone, ਖਾਸ ਕਰਕੇ ਕੋਈ ਇੱਦਾਂ ਦੇ ਲੋਕ ਹੋ ਸਕਦੇ ਆ ਜਿਨ੍ਹਾਂ ਬਾਰੇ, ਖਾਸ ਕਰਕੇ ਉਹ ਲੋਕ ਜਿਹੜੇ ਤੁਹਾਨੂੰ ਪਤਾ ਹੈ ਕਿ ਵਲਨਰੇਬਲ ਨੇ ਐਂਡ ਇਕੱਲੇ ਨੇ ਹੁਣ, ਅਤੇ ਹੋ ਸਕਦਾ ਕਿ ਉਹਨਾਂ ਦਾ ਇਸ ਤਰ੍ਹਾਂ ਰਹਿਣਾ ਸੁਖਾਲਾ ਨਾ ਹੋਵੇ। ਵਟ ਇਫ ਵੀ ਜਸਟ ਚੈੱਕ ਵਿਦ ਦੈਮ ਕਿ ਉਹ ਠੀਕ ਨੇ, ਉਹਨਾਂ ਨੂੰ ਈਮੇਲ ਕਰੀਏ ਜਾਂ ਉਹਨਾਂ ਨੂੰ ਸੁਨੇਹਾ ਭੇਜੀਏ, ਹੈ ਨਾ। ਇਹ ਮੈਨੂੰ ਲੱਗਦਾ ਕਾਫੀ ਇੰਪੋਰਟੈਂਟ ਹੈ, ਉਹਨਾਂ ਦੀ ਲਾਈਫ 'ਚ ਵੀ ਚੇਂਜ ਲੈ ਕੇ ਆਊਗਾ ਐਂਡ ਆਪਾਂ ਨੂੰ ਵੀ ਇੱਕ ਸੈਂਸ ਆਫ ਹੈਪੀਨੈਸ ਦਿੰਦਾ ਹੈ ਕਿ ਆਪਾਂ ਕਿਸੇ ਨਾਲ ਬਹੁਤ ਦੇਰ ਬਾਅਦ ਇਨ ਟੱਚ ਹੁੰਦੇ ਹਾਂ ਐਂਡ ਦੇ ਆਰ ਥੈਂਕਫੁਲ, ਐਂਡ ਆਪਣੇ 'ਚ ਵੀ ਕਿਤੇ ਨਾ ਕਿਤੇ ਗ੍ਰੈਟੀਟਿਊਡ ਆਉਂਦਾ। ਔਰ ਵੀ ਕੈਨ ਜਸਟ ਸਿੰਪਲੀ ਰਾਈਟ ਅ ਲੈਟਰ ਟੂ ਥੈਂਕ ਐਨੀਵਨ ਜਿਹਨੇ ਆਪਾਂ ਨੂੰ ਕੁਝ ਸਿਖਾਇਆ। ਮੈਂ ਹਮੇਸ਼ਾ ਇੱਥੇ ਪਿੰਡ 'ਚ ਵੀ ਬੱਚਿਆਂ ਨੂੰ ਕਹਿੰਦੀ ਹੁੰਦੀ ਹਾਂ ਕਿ ਆਪਾਂ ਇੱਦਾਂ ਦੀ ਚਿੱਠੀ ਲਿਖੀਏ ਇੱਕ ਦਿਨ, ਕਦੀ ਹਫ਼ਤੇ 'ਚ ਜਾਂ ਮਹੀਨੇ 'ਚ ਇੱਕ ਵਾਰ, ਕਿ ਜਿਹਦੇ 'ਚ ਆਪਾਂ ਕਿਸੇ ਇਹੋ ਜਿਹੇ ਇਨਸਾਨ ਦਾ ਧੰਨਵਾਦ ਕਰੀਏ ਜਿਹਨੂੰ ਅਸੀਂ ਉਦੋਂ ਹੀ ਧੰਨਵਾਦ ਨਹੀਂ ਕਰ ਸਕੇ ਜਦੋਂ ਉਹਨੇ ਸਾਨੂੰ ਕੁਝ ਸਿਖਾਇਆ ਸੀ ਜਾਂ ਸਾਡੇ ਲਈ ਕੁਝ ਕੀਤਾ ਸੀ। ਐਂਡ ਉਹ ਇਨਸਾਨ ਤੁਹਾਡੀ ਮਦਰ ਵੀ ਹੋ ਸਕਦਾ, ਫਾਦਰ, ਤੁਹਾਡੇ ਸਿਬਲਿੰਗਸ, ਤੁਹਾਡੇ ਦੋਸਤ, ਤੁਹਾਡਾ ਲਾਈਫ ਪਾਰਟਨਰ, ਜਾਂ ਕੋਈ ਵੀ ਹੋ ਸਕਦਾ, ਅਤੇ ਉਹ ਆਪਾਂ ਜ਼ਰੂਰ ਕਰ ਸਕਦੇ ਹਾਂ। ਇਟਸ ਵੰਡਰਫੁਲ, ਬਹੁਤ ਜ਼ਿਆਦਾ ਸੋਹਣਾ ਐਕਸਪੀਰੀਅੰਸ ਹੁੰਦਾ ਗ੍ਰੈਟੀਟਿਊਡ। ਅਗਲਾ ਜੋ 5ਵਾਂ ਹੈ ਉਹ ਹੈ ਜਿਹੜਾ ਮੈਨੂੰ ਪਰਸਨਲੀ ਬਹੁਤ ਚੰਗਾ ਲੱਗਦਾ, ਦੈਟ ਲਰਨ ਸਮਥਿੰਗ ਟ੍ਰੈਡੀਸ਼ਨਲ। ਹਰ ਇੱਕ ਸੱਭਿਆਚਾਰ ਦਾ ਆਪਣਾ ਖਾਣਾ ਹੈ, ਰੀਜਨ ਦਾ, ਹਰ ਇੱਕ ਖਿੱਤੇ ਦਾ। ਇਸੇ ਤਰ੍ਹਾਂ ਕਢਾਈਆਂ ਨੇ ਆਪਣੀਆਂ, ਇਸੇ ਤਰ੍ਹਾਂ ਬੁਣਾਈਆਂ ਨੇ, ਮਤਲਬ ਹਰ ਚੀਜ਼, ਹੈ ਨਾ, ਕੱਪੜਿਆਂ ਦਾ ਆਪਣਾ ਢੰਗ। ਐਂਡ ਜੇ ਆਪਾਂ ਐਕਸਪਲੋਰ ਕਰਨਾ ਚਾਹੀਏ ਤਾਂ ਬਹੁਤ ਕੁਛ, ਲੋਕ ਕਲਾਵਾਂ ਜਿਵੇਂ ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ, ਆਈ ਥਿੰਕ। ਸੋ ਜੇ ਮੈਂ ਪੰਜਾਬੀ 'ਚ ਬਣਾ ਰਹੀ ਹਾਂ ਪੋਡਕਾਸਟ, ਸੋ ਓਬਵੀਅਸਲੀ ਤੁਸੀਂ ਜੇ ਸੁਣ ਰਹੇ ਹੋ ਤਾਂ ਪੰਜਾਬੀ ਹੋ ਜ਼ਿਆਦਾਤਰ ਲੋਕ। ਮੈਨੂੰ ਲੱਗਦਾ ਕਿ ਆਪਣੀਆਂ ਜਿਹੜੀਆਂ ਮਦਰਸ ਨੇ, ਆਪਣੇ ਆਸ-ਪਾਸ ਜਿਹੜੀਆਂ ਵੀ ਆਪਣੇ ਤੋਂ ਪਹਿਲੀਆਂ ਪੀੜ੍ਹੀਆਂ ਦੀਆਂ ਔਰਤਾਂ ਨੇ, ਖਾਸ ਕਰਕੇ ਔਰਤਾਂ ਮੈਂ ਕਹੂੰਗੀ, ਬੰਦੇ ਵੀ, ਉਹਨਾਂ ਕੋਲ ਬਹੁਤ ਕੁਝ ਸਾਂਭਿਆ ਪਿਆ ਸਿਰਫ ਇਹ ਨਹੀਂ ਕਿ ਟਰੰਕਾਂ 'ਚ, ਪੇਟੀਆਂ 'ਚ, ਉਹਨਾਂ ਕੋਲ ਬਹੁਤ ਕੁਛ ਉਹਨਾਂ ਦੇ ਜ਼ਿਹਨਾਂ 'ਚ ਸਾਂਭਿਆ ਪਿਆ, ਜਿਹੜਾ ਅਸੀਂ ਆਪਣੀ ਬਿਜ਼ੀ ਜ਼ਿੰਦਗੀ ਦੇ ਵਿੱਚ, ਜਾਂ ਕਹਿ ਲਓ ਇਹ ਬਹਾਨਾ ਬਣਾ ਕੇ ਕਿ ਅਸੀਂ ਬਹੁਤ ਬਿਜ਼ੀ ਹਾਂ, ਅਸੀਂ ਕਦੇ ਉਹਨੂੰ ਅਗਲੀ ਪੀੜ੍ਹੀ ਤੱਕ ਪਾਸ ਔਨ ਕਰ ਹੀ ਨਹੀਂ ਪਾਵਾਂਗੇ, ਬਿਕਾਜ਼ ਅਸੀਂ ਉਹਨਾਂ ਤੋਂ ਨਹੀਂ ਲੈ ਰਹੇ ਇਹ ਚੀਜ਼ਾਂ। ਸੋ ਆਈ ਥਿੰਕ ਇਟਸ ਵੰਡਰਫੁਲ ਟਾਈਮ ਦੈਟ ਤੁਸੀਂ ਆਪਣੀ ਮਾਂ ਨੂੰ ਕਹੋ ਕਿ ਮੈਨੂੰ ਕੁਝ ਸਿਖਾ ਜਿਹੜਾ ਤੂੰ ਮੈਨੂੰ ਨਹੀਂ ਸਿਖਾਇਆ। ਆਪਾਂ ਨੂੰ ਪਤਾ ਹੈ ਕਿ ਆਪਣੀ ਮਾਂ ਨੂੰ ਕੀ ਆਉਂਦਾ, ਅਤੇ ਜੇ ਨਹੀਂ ਪਤਾ, ਉਹਨਾਂ ਨਾਲ ਬੈਠੋ, ਉਹਨਾਂ ਨੂੰ ਪੁੱਛੋ ਕਿ ਤੁਹਾਨੂੰ ਕੀ ਆਉਂਦਾ। ਆਈ ਐਮ ਸ਼ੋਰ ਉਹਨਾਂ ਨੂੰ ਕਰੋਸ਼ੀਆ, ਸਿਲਾਈਆਂ, ਕਢਾਈ, ਐਨ ਨੰਬਰ ਆਫ ਚੀਜ਼ਾਂ ਆਉਂਦੀਆਂ ਹੋਣਗੀਆਂ ਜਿਹੜੀਆਂ ਸਾਨੂੰ ਨਹੀਂ ਆਉਂਦੀਆਂ। ਉਹ ਕੁਛ ਦੇਸੀ ਖਾਣਾ ਬਣਾਉਣਾ ਵੀ ਹੋ ਸਕਦਾ, ਪੂੜੇ ਬਣਾਉਣਾ, ਜਾਂ ਫਿਰ ਮੁਰਮੁਰੇ, ਜਾਂ ਫਿਰ ਅੱਜ ਕੱਲ੍ਹ ਛੋਲੀਏ ਦੀ ਰੁੱਤ ਹੈਗੀ ਆ, ਉਹ ਭੁੰਨਦੇ ਹੁੰਦੇ ਸੀ ਪਹਿਲਾਂ, ਅਤੇ ਬਹੁਤ ਸਾਰੀਆਂ ਚੀਜ਼ਾਂ ਨੇ ਮਤਲਬ। ਸੋ ਜੇ ਆਪਾਂ ਇੱਕ ਨਿੱਕੀ ਜਿਹੀ ਚੀਜ਼ ਵੀ ਸਿੱਖ ਲਾਂਗੇ, ਇਟਸ ਵੰਡਰਫੁਲ। ਅਤੇ ਉਹਦਾ ਜ਼ਰੂਰੀ ਨਹੀਂ ਕਿ ਜੇ ਪਹਿਲਾਂ ਕਰੋਸ਼ੀਏ ਦਾ ਪਹਿਲਾਂ ਵਾਲੇ ਜ਼ਮਾਨੇ ਦੇ ਵਿੱਚ ਜ਼ਿਆਦਾਤਰ ਕਰੋਸ਼ੀਏ ਨੂੰ ਵਰਤਿਆ ਜਾਂਦਾ ਸੀ, ਜਿਵੇਂ ਰੁਮਾਲਾਂ ਦੇ ਥਾਲ ਬਣਾ ਲਏ, ਪ੍ਰਾਂਤ ਦਾ ਥਾਲ ਬਣਾ ਲਿਆ, ਤੁਸੀਂ ਉਹਨੂੰ ਚੇਂਜ ਕਰਕੇ ਮੋਡਰਨ ਲਾਈਫ ਸਟਾਈਲ ਨਾਲ ਮਿਕਸ ਵੀ ਕਰ ਸਕਦੇ ਹੋ। ਜਿਵੇਂ ਫੋਰ ਐਗਜ਼ਾਮਪਲ ਗੁਰਵੀਰ ਨੇ ਮੇਰੇ ਲਈ ਫੋਨ ਦਾ ਕਵਰ ਬਣਾਇਆ ਕਰੋਸ਼ੀਏ ਦਾ। ਹੁਣ ਉਹ ਮੇਰੇ ਲਈ ਪ੍ਰੈਕਟੀਕਲ ਨਹੀਂ ਆ ਅਤੇ ਮੈਂ ਨਹੀਂ ਵਰਤਦੀ, ਪਰ ਮੈਂ ਉਹਦੇ ਵਿੱਚ ਕੀ ਕੀਤਾ ਕਿ ਆਪਦੇ ਜਿਹੜੇ ਬਟਨਸ, ਮੇਰੇ ਕੋਲ ਕਲੈਕਸ਼ਨ ਹੁੰਦੀ ਹੈ ਗੋਦਾਮ, ਅਤੇ ਬਟਨਸ ਮੈਂ ਸਾਰੇ ਉਹ ਪਾ ਕੇ ਉਹਦੇ ਵਿੱਚ ਰੱਖ ਲਏ ਨੇ। ਸੋ ਕਿਵੇਂ ਉਹ ਚੀਜ਼ਾਂ ਨੂੰ ਯੂਜ਼ੇਬਲ ਬਣਾ ਕੇ ਵਰਤਿਆ ਜਾ ਸਕਦਾ। ਤੁਹਾਡੇ ਕੋਲ ਜੇ ਸਾਈਡ ਟੇਬਲ ਹੈ ਜਾਂ ਤੁਹਾਡੇ ਰੂਮ ਦੇ ਵਿੱਚ ਟੇਬਲ ਆ, ਉਹਦਾ ਤੁਸੀਂ ਕਵਰ ਬਣਾ ਸਕਦੇ ਆ। ਪਰ ਚਲੋ ਇਹ ਥੋੜ੍ਹਾ ਵੱਡਾ ਸ਼ਾਇਦ ਔਖਾ ਹੋਵੇ, ਬਟ
ਸੋ ਫੋਰ ਐਗਜ਼ਾਮਪਲ ਜੇ ਤੁਹਾਡਾ ਕੋਈ ਫੇਵਰਟ ਦੁਪੱਟਾ ਹੈ, ਚੁੰਨੀ ਹੈ, ਤੁਸੀਂ ਉਹਨੂੰ ਲੇਸ ਲਾਉਣੀ ਸਿੱਖ ਸਕਦੇ ਆ, ਘਰੇ ਕਿਵੇਂ ਬਣਾਈ ਜਾ ਸਕਦੀ ਹੈ ਉਹ ਸਿੱਖ ਸਕਦੇ ਆ। ਫਿਰ ਇੰਨੀਆਂ ਕੁ ਤਰ੍ਹਾਂ ਦੀਆਂ ਕਢਾਈਆਂ ਨੇ ਜਿਹੜੀਆਂ ਸਿਰਫ ਸਾਡੀਆਂ ਮਾਵਾਂ ਨੂੰ ਆਉਂਦੀਆਂ ਨੇ। ਜਿਵੇਂ ਮੇਰੀ ਮਾਂ ਆ, ਉਹਨੂੰ ਸਿੰਧੀ ਕਢਾਈ ਆਉਂਦੀ ਆ। ਮੈਂ ਸਿੰਧੀ ਕਿੰਨੀ ਵਾਰ ਸਿੱਖਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਫੀ ਔਖੀ ਆ। ਉਹਦੀਆਂ ਕਿੰਨੀਆਂ ਸਟੇਜਾਂ ਨੇ, ਮਤਲਬ ਇੱਕੋ ਤੋਪੇ ਦੇ ਉੱਤੋਂ ਵਾਰ-ਵਾਰ ਤੁਸੀਂ ਸੂਈ ਘੁਮਾਈ ਜਾਂਦੇ ਆ, ਅਤੇ ਉਹ ਮੈਂ ਹਾਲੇ ਤੱਕ ਨਹੀਂ ਸਿੱਖ ਪਾਈ। ਅਤੇ ਮੈਂ ਕਦੇ ਧਿਆਨ ਨਾਲ ਮਤਲਬ ਬੈਠੀ ਨਹੀਂ ਉਹਨਾਂ ਕੋਲ। ਸੋ ਜਦੋਂ ਵੀ ਹੁਣ ਮੇਰੀ ਉਹਨਾਂ ਨਾਲ ਗੱਲ ਹੁੰਦੀ ਆ ਅਤੇ ਉਹ ਮੈਨੂੰ ਬੜਾ ਐਪਰੀਸ਼ੀਏਟ ਕਰਦੇ ਆ ਅਤੇ ਮੈਨੂੰ ਕਹਿੰਦੇ ਰਹਿੰਦੇ ਆ ਕਿ ਤੂੰ ਬੈਠੀ ਨਹੀਂ ਹਾਲੇ ਤੱਕ ਮੇਰੇ ਨਾਲ, ਮੈਂ ਤੈਨੂੰ ਸਿਖਾ ਦੇਣੀ ਹੈ। ਮੈਨੂੰ ਪਤਾ ਹੈ ਕਿ ਉਹ ਟਫ ਹੈ, ਬਟ ਆਈ ਵਾਂਟ ਟੂ ਲਰਨ ਇਟ, ਕਿਉਂਕਿ ਮੇਰੇ ਆਸ ਪਾਸ ਉਹ ਕਿਸੇ ਨੂੰ ਨਹੀਂ ਆਉਂਦੀ, ਮਤਲਬ ਮੇਰੇ ਜਿਹੜੇ ਕਜ਼ਨਸ ਨੇ ਐਂਡ ਆਲ, ਅਤੇ ਮੈਂ ਉਹ ਸਿੱਖਣਾ ਚਾਹੁੰਦੀ ਹਾਂ। ਫਿਰ ਜਿਹੜਾ ਟਰੈਡੀਸ਼ਨਲ ਜਿਹੀ ਚੀਜ਼ ਤੁਹਾਨੂੰ ਆਉਂਦੀ ਹੋਏਗੀ, ਇਹਦਾ ਇੱਕ ਫਾਇਦਾ ਇਹ ਵੀ ਹੁੰਦਾ ਕਿ ਕੱਲ੍ਹ ਨੂੰ ਜੇ ਤੁਸੀਂ ਆਪਦੀ ਸਟੇਟ ਤੋਂ ਕਹਿ ਲਓ ਜਾਂ ਫਿਰ ਆਪਣੇ ਦੇਸ਼ ਤੋਂ ਵੀ ਜੇ ਕਿਤੇ ਬਾਹਰ ਆ, ਤਾਂ ਯੂ ਕੈਨ ਰਿਪਰੈਜ਼ੈਂਟ ਯੂਅਰ ਰੀਜਨਲ ਆਰਟ। ਤੁਸੀਂ ਕੱਲ੍ਹ ਨੂੰ ਕਿਸੇ ਵਰਕਸ਼ਾਪ ਦੇ ਵਿੱਚ ਆ ਜਾਂ ਕਿਤੇ ਵੀ ਆ, ਅਤੇ ਤੁਸੀਂ ਉਹ ਚੀਜ਼, ਛੋਟੀ ਜਿਹੀ ਚੀਜ਼ ਨਾਲ ਲੋਕ ਬਹੁਤ ਕਨੈਕਟ ਕਰਦੇ ਆ। ਤੁਸੀਂ ਜਿੰਨਾ ਛੋਟੇ ਲੈਵਲ 'ਤੇ ਚਲੇ ਜਾਓਗੇ, ਆਪਣੇ ਘਰ ਤੱਕ, ਆਪਣੀ ਮਾਂ ਤੱਕ, ਆਪਣੇ ਖਿੱਤੇ ਤੱਕ, ਸਟੇਟ ਤੱਕ, ਓਨਾ ਹੀ ਵੱਡੇ ਲੈਵਲ 'ਤੇ ਲੋਕ ਤੁਹਾਡੇ ਨਾਲ ਕਨੈਕਟ ਕਰ ਪਾਉਂਦੇ ਆ। ਅਤੇ ਆਈ ਥਿੰਕ ਅਗਲੀਆਂ ਪੀੜ੍ਹੀਆਂ ਨੂੰ ਵੀ ਦੇਣ ਲਈ ਬਹੁਤ ਸੋਹਣੀ ਚੀਜ਼ ਹੈ ਇਹ, ਤੁਹਾਨੂੰ ਬਹੁਤ ਖੁਸ਼ੀ ਦਿੰਦੀ ਆਈ ਥਿੰਕ। ਸੋ ਇਹ ਕੀਤਾ ਜਾ ਸਕਦਾ। ਆਪਦੀ ਮੰਮੀ ਦੇ ਦਾਜ ਵਾਲੀਆਂ ਪੇਟੀਆਂ ਫਰੋਲੀਆਂ ਜਾ ਸਕਦੀਆਂ। ਇਹ ਤਾਂ ਬਹੁਤ ਹੀ ਸਕੂਨ ਦੇਣ ਵਾਲੀ ਚੀਜ਼ ਹੁੰਦੀ ਆ, ਹੈ ਨਾ, ਜਦੋਂ ਮਾਂ ਪੇਟੀ ਫਰੋਲਦੀ ਆਪਣੀ, ਔਰ ਉਹਨੂੰ ਦੇਖਿਓ ਕਿੰਨੀ ਖੁਸ਼ੀ ਚੜ੍ਹਨੀ ਹੈ ਕਿ ਮੇਰੇ ਜਵਾਕਾਂ ਨੇ ਪੁੱਛਿਆ ਕਿ ਤੂੰ ਕੀ ਆਉਂਦਾ ਸੀ। ਹਾਂ, ਇੱਕ ਚੀਜ਼ ਮੈਨੂੰ ਹੋਰ ਯਾਦ ਆਈ, ਆਪਣੀਆਂ ਜਿਹੜੀਆਂ ਮੰਮੀਆਂ ਨੇ ਖਾਸ ਕਰਕੇ, ਉਹਨਾਂ ਦੇ ਦਾਜ ਦੇ ਵਿੱਚ ਹੁਣ ਤਾਂ ਮਤਲਬ ਜੇ ਤੁਸੀਂ ਅਬਵ 20 ਹੋ ਤਾਂ ਪ੍ਰੋਬੇਬਲੀ ਉਹ ਪੇਂਟਿੰਗਸ ਖਰਾਬ ਹੋ ਗਈਆਂ ਹੋਣਗੀਆਂ, ਅਤੇ ਹੋ ਸਕਦਾ ਉਹਨੇ ਸੁੱਟ ਦਿੱਤੀਆਂ ਹੋਣ। ਉਹ ਪੇਂਟਿੰਗਸ ਬਣਾਉਂਦੀਆਂ ਹੁੰਦੀਆਂ ਸੀ ਦਾਲਾਂ ਯੂਜ਼ ਕਰਕੇ, ਗਦਾਮ ਯੂਜ਼ ਕਰਕੇ, ਗਦਾਮ ਮਤਲਬ ਬਟਨਸ ਯੂਜ਼ ਕਰਕੇ, ਬਹੁਤ ਸਾਰੀਆਂ ਨਿੱਕੀਆਂ ਚੀਜ਼ਾਂ ਮੈਂ ਦੇਖਿਆ। ਦਾਲਾਂ ਯੂਜ਼ ਕਰਕੇ ਮੁਰਗਾ ਬਣਾਉਣਾ, ਦਾਲਾਂ ਯੂਜ਼ ਕਰਕੇ ਮੋਰ ਬਣਾਉਣਾ, ਵੱਖ-ਵੱਖ ਰੰਗਾਂ ਦੀਆਂ ਦਾਲਾਂ। ਸੋ ਆਪਾਂ ਉਹਨਾਂ ਨੂੰ ਪੁੱਛ ਸਕਦੇ ਹਾਂ ਕਿ ਤੁਹਾਨੂੰ ਇੱਦਾਂ ਦਾ ਕੀ ਆਉਂਦਾ, ਅਤੇ ਉਹ ਚੀਜ਼ਾਂ, ਜਾਂ ਫਿਰ ਪਹਿਲਾਂ ਮੱਖੀ ਤੋਪੇ ਦੀ ਕਢਾਈ ਕੱਢ ਕੇ ਸਿਨਰੀ ਬਣਾ ਕੇ ਜੜੀਆਂ ਹੁੰਦੀਆਂ ਸੀ, ਅਤੇ ਉਹ ਕਈ ਘਰਾਂ 'ਚ ਕਿੰਨੀਆਂ ਸੋਹਣੀਆਂ ਲੱਗਦੀਆਂ ਆਪਾਂ ਨੂੰ, ਉਹ ਚੀਜ਼ਾਂ ਬਣਾਈਆਂ ਜਾ ਸਕਦੀਆਂ। ਸੋ ਅੱਜ ਆਪਣੀ ਮੰਮੀ ਨੂੰ ਪੁੱਛੋ, ਉਹਨਾਂ ਦੀ ਦਾਜ ਵਾਲੀ ਪੇਟੀ ਫਰੋਲੋ। ਫਿਰ ਅਗਲਾ ਜਿਹੜਾ 6ਵਾਂ ਹੈ ਉਹ ਹੈ ਲਰਨ ਕੁਕਿੰਗ। ਜਿਹੜਾ ਆਹ ਵਾਲਾ ਟਾਈਮ ਆ ਜਿਹਦੇ ਵਿੱਚ ਅਸੀਂ ਸਾਰੇ ਆਪਦੇ ਘਰਾਂ 'ਚ ਬੰਦ ਆ, ਉਹਦੇ 'ਚ ਇੱਕ ਚੀਜ਼ ਬਹੁਤ ਅਹਿਮ ਹੈ ਜਿਹੜੀ ਆਪਾਂ ਸਿੱਖੀ, ਉਹ ਇਹ ਕਿ ਆਪਣੀ ਗੁਜ਼ਾਰੇ ਜੋਗੀ ਜਿਹੜਾ ਕੁਕਿੰਗ ਆ ਜਾਂ ਆਪਣਾ ਖਾਣਾ ਬਣਾਉਣਾ ਉਹ ਆਉਣਾ ਚਾਹੀਦਾ। ਜਦੋਂ ਹੁਣ ਆਪਾਂ ਨੂੰ ਸਾਰਿਆਂ ਨੂੰ ਡਰ ਬੈਠਾ ਹੋਇਆ ਕਿ ਇਹਨੂੰ ਕਰੋਨਾ ਨਾ ਹੋਵੇ, ਉਹਨੂੰ ਕਰੋਨਾ ਨਾ ਹੋਵੇ, ਤਾਂ ਆਪਾਂ ਸਾਰਿਆਂ ਨੇ ਬਾਹਰ ਜਾਣਾ ਬੰਦ ਕਰਤਾ ਨਾ, ਬਾਹਰ ਖਾਣਾ। ਵੀ ਆਰ ਨਾਟ ਲੈਫਟ ਵਿਦ ਐਨੀ ਅਦਰ ਆਪਸ਼ਨ। ਅਤੇ ਔਡਰ ਨਹੀਂ ਕਰ ਸਕਦੇ, ਬਾਹਰ ਜਾ ਕੇ ਖਾ ਨਹੀਂ ਸਕਦੇ। ਘਰੇ ਵੀ ਕੋਈ ਬਣਾ ਰਿਹਾ ਹੁੰਦਾ ਅਤੇ ਸ਼ੱਕ ਹੁੰਦਾ, ਦੇਖਦੇ ਹਾਂ ਕਿ ਹੱਥ ਧੋਤੇ ਨੇ ਕਿ ਨਹੀਂ। ਸੋ ਇਹਦਾ ਮਤਲਬ ਆਪਦੇ ਸਰਵਾਈਵਲ ਲਈ ਬੇਸਿਕ ਜਿਹੜਾ ਖਾਣਾ ਬਣਾਉਣਾ ਉਹ ਆਉਣਾ ਚਾਹੀਦਾ। ਫਿਰ ਜੇ ਤੁਹਾਨੂੰ ਬੇਸਿਕ ਆਉਂਦਾ ਅਤੇ ਤੁਸੀਂ ਇਸ ਚੀਜ਼ ਦੇਖ ਸਕਦੇ ਹਾਂ ਕਿ ਕਿਹੜਾ ਖਾਣਾ ਜਿਹੜਾ ਤੁਸੀਂ ਸਿੱਖਣਾ ਚਾਹੁੰਦੇ ਸੀ ਬਹੁਤ ਦੇਰ ਤੋਂ, ਉਹ ਤੁਹਾਡੇ ਪੇਰੈਂਟਸ ਤੋਂ ਲੈ ਕੇ ਫੈਮਿਲੀ, ਤੁਹਾਡਾ ਪਾਰਟਨਰ, ਬੋਆਏਫਰੈਂਡ, ਦੋਸਤ, ਉਹਨਾਂ ਦਾ ਫੇਵਰਟ ਫੂਡ ਹੋ ਸਕਦਾ, ਜਿਹੜਾ ਤੁਸੀਂ ਉਹਨਾਂ ਨੂੰ ਜਦੋਂ ਬਾਅਦ 'ਚ ਮਿਲੋਗੇ ਜਾਂ ਤੁਸੀਂ ਉਹਨਾਂ ਨੂੰ ਪੁੱਛੋ ਤੁਹਾਡਾ ਫੇਵਰਟ ਕੀ ਆ, ਤੁਸੀਂ ਸਿੱਖ ਸਕਦੇ ਹੋ, ਉਹਨਾਂ ਲਈ ਬਾਅਦ 'ਚ ਕੁੱਕ ਕਰ ਸਕਦੇ ਆ। ਔਰ ਖਾਣਾ ਬਣਾਉਣਾ ਵੀ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਹੀ ਹੈ, ਤੁਹਾਨੂੰ ਬਹੁਤ ਖੁਸ਼ੀ ਦਿੰਦਾ। ਜੇ ਤੁਸੀਂ ਨਹੀਂ ਵੀ ਕੁੱਕ ਕਰਦੇ ਜਾਂ ਤੁਹਾਨੂੰ ਨਹੀਂ ਵੀ ਪਸੰਦ, ਐਟਲੀਸਟ ਆਪਣੇ ਜਿੰਨਾ ਸਿੱਖਣਾ ਅਹਿਮ ਹੈ। ਇਹ ਚੀਜ਼ ਆਪਾਂ ਨੂੰ ਲੋਕਡਾਊਨ ਨੇ ਸਿਖਾਈ ਆ, ਅਤੇ ਜੇ ਆਪਾਂ ਉਹਨੂੰ ਸੋਹਣੇ ਤਰੀਕੇ ਨਾਲ ਸਿੱਖ ਲਵਾਂਗੇ ਤਾਂ ਆਈ ਥਿੰਕ ਕਾਫੀ ਅੱਛੀ ਚੀਜ਼ ਹੈ। ਦੂਸਰਾ, ਇਹਦੇ ਵਿੱਚ ਹੀ ਫੂਡ ਨਾਲ ਰਿਲੇਟਡ ਇਹ ਹੋ ਸਕਦਾ ਦੈਟ ਵੀ ਕੈਨ ਸਟਾਰਟ ਵਾਚਿੰਗ ਆਰ ਫੂਡ। ਬਹੁਤ ਚਿਰਾਂ ਤੋਂ ਆਪਾਂ ਇਹ ਲਿਖਿਆ ਹੁੰਦਾ ਕਿ ਮੈਂ ਆਪਦੇ ਖਾਣੇ 'ਤੇ ਧਿਆਨ ਦੇਣਾ, ਮੈਂ ਹੈਲਦੀ ਖਾਇਆ ਕਰਨਾ, ਮੈਂ ਭਾਰ ਘਟਾਉਣਾ, ਇਹ ਸਭ ਦੀ ਤਕਰੀਬਨ ਯੂਨੀਵਰਸਲ ਟਰੂਥ ਹੈ। ਜੇ ਕੋਈ ਪਤਲਾ ਤਾਂ ਉਹ ਕਹਿੰਦਾ ਮੈਂ ਭਾਰ ਵਧਾਉਣਾ, ਕੋਈ ਕਹਿੰਦਾ ਮੈਂ ਭਾਰ ਘਟਾਉਣਾ, ਕੋਈ ਕਹਿੰਦਾ ਮੈਂ ਮੇਨਟੇਨ ਕਰ ਰਿਹਾ, ਔਰ ਵਟਐਵਰ, ਹੈ ਨਾ, ਫੂਡ ਨਾਲ ਰਿਲੇਟਡ। ਸੋ ਦਿਸ ਇਜ਼ ਦ ਰਾਈਟ ਟਾਈਮ ਟੂ ਵਾਚ ਯੂਰ ਫੂਡ। ਆਪਾਂ ਆਪਦਾ ਖਾਣੇ ਦਾ ਧਿਆਨ ਰੱਖ ਸਕਦੇ ਹਾਂ ਕਿ ਅਸੀਂ ਕੀ ਖਾ ਰਹੇ ਹਾਂ, ਕੀ ਇਨਟੇਕ ਹੈ, ਸਾਡੀ ਹੈਲਥ ਨੂੰ ਕਿਵੇਂ ਇਫੈਕਟ ਕਰ ਰਿਹਾ। ਔਰ ਹੁਣ ਸਾਡੇ ਕੋਲ ਟਾਈਮ ਹੈ, ਆਪਾਂ ਸਪਰਾਊਟਸ ਬਣਾ ਸਕਦੇ ਹਾਂ ਦਾਲਾਂ ਭਿਉਂ ਕੇ। ਪਿਛਲੇ ਦਿਨਾਂ ਦੇ ਵਿੱਚ ਜਿਵੇਂ ਮੈਂ ਦੱਸਿਆ ਸੀਗਾ ਕਿ ਵੀਟ ਗ੍ਰਾਸ
ਜੂਸ ਪੀ ਸਕਦੇ ਹਾਂ, ਵੀਟ ਗ੍ਰਾਸ ਪਾਊਡਰ ਬਣਾ ਸਕਦੇ ਹਾਂ, ਕਣਕ ਬੀਜ ਕੇ ਸਿਰਫ ਜੇ ਤੁਹਾਡੇ ਘਰ ਦੇ ਵਿੱਚ ਕਿਆਰੀਆਂ ਹੈਗੀਆਂ, ਕੱਚੀ ਥਾਂ ਆ ਅਤੇ ਬਹੁਤ ਅੱਛਾ। ਅਦਰਵਾਈਜ਼ ਤੁਸੀਂ ਲੀਟਰ ਜਾਂ ਕੋਈ ਭਾਂਡਾ ਯੂਜ਼ ਕਰਕੇ ਉੱਥੇ ਕਰ ਸਕਦੇ ਹਾਂ। ਫਿਰ ਜੇ ਤੁਹਾਡੇ ਆਸ-ਪਾਸ ਜਿਵੇਂ ਗੁਲਾਬ ਦੇ ਫੁੱਲ ਹੋਣ, ਦੇਸੀ ਗੁਲਾਬ, ਅਤੇ ਤੁਸੀਂ ਗੁਲਕੰਦ ਬਣਾ ਸਕਦੇ ਹੋ। ਤਾਂ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਿੱਖ ਸਕਦੇ। ਸਿੰਪਲੀ ਜਿਵੇਂ ਕੜਾਹ ਬਣਾਉਣਾ, ਆਪਾਂ ਨੂੰ ਸਾਰਿਆਂ ਨੂੰ ਕਿੰਨਾ ਪਸੰਦ ਆ ਕੜਾਹ, ਹੈ ਨਾ। ਯੂਜਲੀ ਪੰਜਾਬੀਆਂ ਨੂੰ ਕਾਫੀ ਪਸੰਦ ਹੁੰਦਾ ਮਿੱਠਾ, ਅਤੇ ਉਹ ਆਪਾਂ ਸਿੱਖ ਸਕਦੇ ਹਾਂ। ਖੀਰ ਬਹੁਤ ਸੌਖੀ ਜਿਹੀ ਚੀਜ਼ ਆ, ਉਹ ਸਿੱਖ ਸਕਦੇ ਹਾਂ। ਔਰ ਮੁੰਡੇ ਵੀ ਸਿੱਖ ਸਕਦੇ ਆਪਦੀ ਬੇਸਿਕ ਕੁਕਿੰਗ। ਅਗਲਾ ਹੈ ਲਰਨ ਟੂ ਐਕਸਰਸਾਈਜ਼। ਇਹ ਵੀ ਤਕਰੀਬਨ ਸਾਰਿਆਂ ਦਾ ਗੋਲ ਹੁੰਦਾ ਕਿ ਮੈਂ ਐਕਸਰਸਾਈਜ਼ ਸਿੱਖਣੀ ਆ। ਔਰ ਐਕਸਰਸਾਈਜ਼ ਦੀਆਂ ਜਿੰਨੀਆਂ ਵੀ ਫਾਰਮਸ ਨੇ, ਲਾਈਕ ਯੋਗਾ, ਜਾਂ ਫਿਰ ਤੁਸੀਂ ਕ੍ਰੋਸਫਿਟ ਕਰਦੇ ਹੋ, ਜਾਂ ਜਿੰਮ ਜਾਣਾ। ਹੁਣ ਜਿੰਮ ਸਾਰੇ ਬੰਦ ਨੇ, ਸੋ ਤੁਸੀਂ ਫਿਰ ਆਪਣੇ 'ਤੇ ਆਫਤ ਪੈ ਗਈ ਆ ਕਿ ਐਕਸਰਸਾਈਜ਼ ਘਰੇ ਕਿਵੇਂ ਕਰ ਸਕਦੇ ਹਾਂ। ਸੋ ਦੈਟ ਯੂ ਕੈਨ ਐਕਸਪਲੋਰ। ਉਹਦੇ ਲਈ ਜਿਵੇਂ ਇੰਦਰ ਦੀ ਇੱਕ ਵੀਡੀਓ ਬਣਾਈ ਸੀ ਮੈਂ ਯੂਟਿਊਬ 'ਤੇ, ਮੇਰੀ 'ਤੇ ਪਾਈ ਹੋਈ ਆ। ਉਹਦੇ 'ਚ ਉਹਨਾਂ ਨੇ ਇਹ ਦੱਸਿਆ ਕਿ ਹਾਊ ਯੂ ਕੈਨ ਵਾਰਮ ਅਪ, ਘਰੇ ਵਾਰਮ ਅਪ ਕਿਵੇਂ ਕੀਤਾ ਜਾ ਸਕਦਾ, ਐਂਡ ਐਕਸਰਸਾਈਜ਼ ਵੀ ਕਿਵੇਂ ਕੀਤੀ ਜਾ ਸਕਦੀ ਹੈ। ਫਿਰ ਇਹ ਹੋ ਸਕਦਾ ਕਿ ਜਿਵੇਂ ਯੋਗਾ ਦੇ ਵਿੱਚ ਮੈਂ ਹਾਲੇ ਤੱਕ ਸਿਰਫ ਸੂਰਿਆ ਨਮਸਕਾਰ ਸਿੱਖਿਆ, ਐਂਡ ਇਟਸ ਵੰਡਰਫੁਲ। ਮੈਨੂੰ ਚੰਗਾ ਲੱਗਦਾ ਕਰਨਾ। ਅੱਜ ਕੱਲ੍ਹ ਮੈਂ ਨਹੀਂ ਕਰ ਰਹੀ, ਪਰ ਫਿਰ ਵੀ ਮੈਂ ਇਹ ਕਹੂੰਗੀ ਕਿ ਮੇਰੀ ਨਲਾਇਕੀ ਹੈ। ਆਈ ਲਵ ਇਟ। ਮੈਨੂੰ ਡਿਫਰੈਂਟ ਲੱਗਦਾ ਕਰਨ ਤੋਂ ਪਹਿਲਾਂ ਐਂਡ ਕਰਦਿਆਂ ਹੋਇਆਂ। ਉਹਦੇ ਲਈ ਵੀ ਤੁਸੀਂ ਯੂਟਿਊਬ 'ਤੇ ਦੇਖ ਸਕਦੇ ਹੋ, ਬਹੁਤ ਕੁਛ ਹੋਏਗਾ ਆਈਮ ਸ਼ੋਰ। ਤੁਸੀਂ ਪੜ੍ਹ ਸਕਦੇ ਹੋ। ਸੂਰਿਆ ਨਮਸਕਾਰ ਇੱਕ ਇੱਦਾਂ ਦਾ ਯੋਗ ਆਸਨ ਹੈ ਜਿਹਦੇ ਵਿੱਚ ਇੱਕੋ ਆਸਨ ਦੇ ਵਿੱਚ, ਇੱਕੋ ਐਕਸਰਸਾਈਜ਼ ਦੇ ਵਿੱਚ ਤੁਸੀਂ 12 ਤਰ੍ਹਾਂ ਦੇ ਆਸਨ ਜਿਹੜੇ ਆ ਪ੍ਰੈਕਟਿਸ ਕਰਦੇ ਹੋ। 12 ਆਸਨ ਨੂੰ ਮਿਲਾ ਕੇ ਇੱਕ ਆਸਨ ਬਣਦਾ। ਔਰ ਇਹਦੇ ਲਈ ਵੀ ਮੈਂ ਆਈ ਥਿੰਕ ਇੰਦਰ ਇਜ਼ ਅ ਵੰਡਰਫੁਲ ਟੀਚਰ। ਮੈਂ ਉਹ ਤੋਂ ਸਿੱਖਿਆ, ਮੇਰੇ ਨਾਲ ਦੀਆਂ ਕੁੜੀਆਂ ਨੇ ਵੀ ਉਹ ਤੋਂ ਸਿੱਖਿਆ, ਜਿਹੜੇ ਹਾਲੇ ਤੱਕ ਜਿਵੇਂ ਸੁੱਖੀ ਹੈ, ਗੁਰਵੀਰ ਹੈ। ਆਈ ਥਿੰਕ ਇਹਨਾਂ 'ਚ ਕੁਛ ਲੋਕ ਪ੍ਰੈਕਟਿਸ ਵੀ ਕਰਦੇ ਹੋਣਗੇ ਲਗਾਤਾਰ। ਮੈਂ ਇਹਦੇ ਬਾਰੇ ਵੀ ਇੰਦਰ ਦੀਆਂ ਕੁਛ ਪੁਰਾਣੀਆਂ ਵੀਡੀਓਜ਼ ਦੇਖਦੀ ਹਾਂ, ਜਾਂ ਫਿਰ ਨਵੀਆਂ ਬਣਾਉਂਗੀ ਵੀ, ਜਿਹਦੇ ਵਿੱਚ ਆਪਾਂ ਜਿਹੜੀਆਂ ਮਾਈਨਰ ਮਿਸਟੇਕਸ ਕਰਦੇ ਹਾਂ ਸੂਰਿਆ ਨਮਸਕਾਰ ਕਰਦੇ ਹੋਏ, ਉਹਨਾਂ ਬਾਰੇ ਗੱਲਬਾਤ ਕੀਤੀ ਜਾ ਸਕਦੀ ਹੈ। ਮਾਈਨਿਊਟਲੀ ਐਕਸਪਲੇਨ ਕੀਤਾ ਜਾ ਸਕਦਾ ਕਿ ਕਿਵੇਂ ਕਰਨਾ। ਉਹਦੇ ਤੁਹਾਨੂੰ ਕੁਛ ਨਹੀਂ ਚਾਹੀਦਾ, ਸਿਰਫ ਤੁਸੀਂ ਇੱਕ ਮੈਟ, ਯੋਗਾ ਮੈਟ, ਜਾਂ ਫਿਰ ਤੁਸੀਂ ਘਾਹ 'ਤੇ ਜਾਂ ਕੱਚੀ ਥਾਂ 'ਤੇ ਵੀ ਕਰ ਸਕਦੇ ਹੋ। ਮਤਲਬ ਕੱਪੜੇ ਗੰਦੇ ਹੁੰਦੇ ਆ ਤਾਂ ਘਾਹ ਜਾਂ ਫਿਰ ਯੋਗਾ ਮੈਟ ਜਾਂ ਦਰੀ ਵਿਛਾ ਸਕਦੇ ਹੋ। ਜੇ ਤੁਸੀਂ ਘਰੇ ਹੋ ਤਾਂ ਵੰਡਰਫੁਲ। ਅੱਗੇ ਜੋ ਹੈ 8ਵਾਂ, ਮੈਨੂੰ ਲੱਗਦਾ ਕਿ ਵੀ ਕੈਨ ਫਿਨਿਸ਼ ਅ ਬੁੱਕ। ਬਹੁਤ ਵਾਰ ਹੁੰਦਾ ਸਾਡੇ ਕੋਲ ਇੱਕ ਲੰਬੀ ਲਿਸਟ ਹੁੰਦੀ ਹੈ ਕਿਤਾਬਾਂ ਪੜ੍ਹਨ ਦੀ। ਫਿਰ ਅਸੀਂ ਜਿਹੜੇ ਰੀਡਰਸ ਆ ਉਹ ਬਹੁਤ ਜ਼ਿਆਦਾ ਰਿਲੇਟ ਕਰ ਪਾਉਣਗੇ ਇਸ ਚੀਜ਼ ਨਾਲ ਕਿ ਆਪਾਂ ਸ਼ੁਰੂ ਕਰਦੇ ਰਹਿੰਦੇ, ਕਿਤਾਬਾਂ ਪੜ੍ਹਨੀਆਂ ਕਰਦੇ ਰਹਿੰਦੇ ਹਾਂ, ਪਰ ਕੋਈ ਕਿਤਾਬ ਪੂਰੀ ਕਰਨ ਦਾ ਜਿਹੜਾ ਮਜ਼ਾ ਉਹ ਵੀ ਆਪਣਾ ਹੀ ਆ। ਸੋ ਤੁਸੀਂ ਕੋਈ ਇਹੋ ਜਿਹੀ ਕਿਤਾਬ ਸ਼ੁਰੂ ਕਰ ਸਕਦੇ ਹੋ ਜਿਹੜੀ ਤੁਸੀਂ ਆਲਰੇਡੀ ਸ਼ੁਰੂ ਕੀਤੀ ਹੋਈ ਆ ਬਹੁਤ ਦੇਰ ਤੋਂ, ਪਰ ਤੁਸੀਂ ਪੂਰੀ ਨਹੀਂ ਕੀਤੀ, ਫਿਨਿਸ਼ ਇਟ। ਤੁਸੀਂ ਕੋਈ ਨਵੀਂ ਕਿਤਾਬ ਸ਼ੁਰੂ ਕਰ ਸਕਦੇ ਹੋ ਜਿਹੜੀ ਤੁਸੀਂ ਪੂਰੀ ਕਰੋ, ਇੰਟੈਂਸ਼ਨਲੀ ਕਰੋ, ਬੈਠ ਕੇ ਕਰੋ, ਆਰਾਮ ਨਾਲ ਕਰੋ, ਬਟ ਪੂਰੀ ਕਰੋ। ਕੁਛ ਕੁ ਜਿਹੜੀਆਂ ਲਾਈਫ ਸਟਾਈਲ 'ਤੇ ਕਿਤਾਬਾਂ ਨੇ ਉਹਨਾਂ ਵਿੱਚੋਂ ਦੇਰ ਇਜ਼ ਅ ਬੁੱਕ ਕਾਲਡ ਇਕੀਗਾਈ। ਜਾਪਾਨੀਜ਼ ਵਰਡ ਹੈ ਇਕੀਗਾਈ, ਜਿਹਦੇ ਵਿੱਚ ਇਹ ਹੈ ਕਿ ਤੁਸੀਂ ਜਦੋਂ ਤੁਹਾਡੀ ਜ਼ਿੰਦਗੀ ਦਾ ਜਿਹੜਾ ਮਕਸਦ ਹੈ ਉਹ ਕੀ ਆ। ਇਕੀਗਾਈ ਸਪੈਸ਼ਲੀ ਮਕਸਦ, ਜਿਹੜਾ ਮਕਸਦ ਲੈ ਕੇ ਤੁਸੀਂ ਸੁਬਾਹ ਉੱਠਦੇ ਹੋ, ਬੈੱਡ ਛੱਡਦੇ ਹੋ ਆਪਣਾ। ਇਟਸ ਅ ਵੰਡਰਫੁਲ ਬੁੱਕ। ਸਪੈਲਿੰਗ ਹੈਗੇ IKIGAI, ਇਕੀਗਾਈ। ਅਤੇ ਇਹ ਤੁਸੀਂ ਔਨਲਾਈਨ ਵੀ ਲੱਭ ਸਕਦੇ ਹੋ। ਅਗਰ ਨਹੀਂ, ਤੁਸੀਂ ਫਿਰ ਮੈਨੂੰ ਮੈਸੇਜ ਕਰ ਸਕਦੇ ਹੋ। ਆਈ ਕੈਨ ਸੈਂਡ ਯੂ ਐਨ ਔਨਲਾਈਨ ਵਰਜ਼ਨ, ਸੋਫਟ ਵਰਜ਼ਨ, PDF ਜਾਂ ਹੋਏਗੀ ਮੇਰੇ ਕੋਲ। ਅਤੇ ਦੂਸਰੀ, ਮੈਂ ਅੱਜ ਕੱਲ੍ਹ ਇੱਕ ਕਿਤਾਬ ਪੜ੍ਹ ਰਹੀ ਹਾਂ, Zen and Simple Living, something like this. This is again Japanese, ਕਿਸੇ ਬੰਦੇ ਦੀ ਲਿਖੀ ਹੋਈ ਹੈ ਜਿਹੜੇ ਕਿ Zen ਗਾਰਡਨ ਡਿਜ਼ਾਈਨਰ ਨੇ। ਅਤੇ ਇਹ ਕਿਤਾਬ ਮੇਰੇ ਕੋਲ ਮਤਲਬ ਹੈ ਸੋਫਟ ਵਰਜ਼ਨ, ਇਹ ਵੀ ਮੈਂ ਦੇ ਸਕਦੀ ਹਾਂ। ਜੇ ਤੁਸੀਂ ਮੈਨੂੰ ਸੋਸ਼ਲ ਮੀਡੀਆ 'ਤੇ ਮੇਰੇ ਨਾਲ ਨਹੀਂ ਜੁੜੇ ਹੋਏ ਤਾਂ ਤੁਸੀਂ ਮੈਨੂੰ ਕਿਤੇ ਵੀ ਲੱਭ ਸਕਦੇ ਹੋ। ਇਟਸ IM ਜੱਸੀ ਸਾਂਗਾ, IAMM JASSI, ਜੱਸੀ SANGHA ਸਾਂਗਾ। ਸੋ ਇਹਦੇ 'ਤੇ ਤੁਸੀਂ ਮੈਨੂੰ ਕਿਤੇ ਵੀ ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ ਮੈਸੇਜ ਕਰ ਸਕਦੇ ਹੋ, ਐਂਡ ਯੂ ਕੈਨ ਜਸਟ ਸੈਂਡ ਮੀ ਯੂਰ ਈਮੇਲ, ਅਤੇ ਮੈਂ ਤੁਹਾਨੂੰ ਕਿਤਾਬ ਭੇਜ ਸਕਦੀ ਹਾਂ।
ਦੂਸਰਾ ਇੱਕ ਇਹ ਵੀ ਹੈ ਕਿ ਮੇਰੇ ਗੂਗਲ ਡਰਾਈਵ 'ਤੇ ਕਿਤਾਬਾਂ ਦੀ ਕਾਫੀ ਲੰਬੀ ਕਲੈਕਸ਼ਨ ਹੈ, ਜਿਹਦੇ ਵਿੱਚ ਸ਼ਾਇਰੀ, ਫੋਟੋਗ੍ਰਾਫੀ, ਨੋਵਲਸ ਵੀ ਹੋਣਗੇ, ਜਿਹਦੇ ਵਿੱਚ ਹਿੰਦੀ, ਪੰਜਾਬੀ, ਇੰਗਲਿਸ਼ ਤਿੰਨੋਂ ਭਾਸ਼ਾਵਾਂ ਦੀਆਂ ਕਿਤਾਬਾਂ ਹੋਣਗੀਆਂ। ਯੂ ਕੈਨ ਆਸਕ ਮੀ ਫॉर ਦ ਲਿੰਕ, ਅਤੇ ਉਹਦੇ ਤੋਂ ਤੁਸੀਂ ਜਿਹੜੀਆਂ ਕਿਤਾਬਾਂ ਤੁਹਾਨੂੰ ਚੰਗੀਆਂ ਲੱਗਣ ਉਹ ਡਾਊਨਲੋਡ ਕਰ ਸਕਦੇ ਹੋ। ਫਿਰ ਹੈ ਨੌਵੀਂ ਜਿਹੜੀ ਚੀਜ਼ ਆਪਾਂ ਕਰ ਸਕਦੇ ਹਾਂ, ਸੁਪਰ ਥਿੰਗ ਟੂ ਡੂ ਇਜ਼ watch something in some regional language which you haven't watched yet. So watch something to, like, usually I mean a film. ਰੀਜਨਲ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਜਦੋਂ ਆਪਾਂ ਪੰਜਾਬੀ ਸਿਨੇਮਾ ਤੋਂ ਬਾਹਰ ਜਾਂ ਇੰਡੀਆ 'ਚ ਆਈ ਥਿੰਕ ਸਾਰੇ ਹਿੰਦੀ ਸਿਨੇਮਾ ਤੋਂ ਤਾਂ ਵਾਕਿਫ ਹੈਗੇ ਹੀ ਨੇ, ਅਤੇ ਉਸ ਤੋਂ ਬਾਅਦ ਆਪਾਂ ਪਾਕਿਸਤਾਨੀ ਡਰਾਮੇ ਵੀ ਬਹੁਤ ਸਾਰੇ ਲੋਕ ਦੇਖਦੇ ਹੀ ਹਾਂ। ਜੇ ਨਹੀਂ ਦੇਖੇ, ਟੂ ਨੇਮ ਅ ਫਿਊ, ਯੂ ਕੈਨ ਸਟਾਰਟ ਵਿਦ ਮਨ ਮਾਇਲ, ਬੇਸ਼ਰਮ, ਖਾਨੀ, ਜ਼ਿੰਦਗੀ ਗੁਲਜ਼ਾਰ ਹੈ, ਪਿਆਰੇ ਅਫਜ਼ਲ, ਦੈਨ ਹਮਸਫਰ, ਅਲਿਫ ਅੱਲਾ ਔਰ ਇਨਸਾਨ। ਇਹ ਕੁਛ ਡਰਾਮੇ ਨੇ ਜਿਹੜੇ ਤੁਸੀਂ ਇਹਨਾਂ 'ਚੋਂ ਕੁਛ ਇੱਕ ਨੈਟਫਲਿਕਸ 'ਤੇ ਵੀ ਹੈਗੇ ਨੇ, ਬਾਕੀ ਯੂਟਿਊਬ 'ਤੇ ਹੈਗੇ ਆ, ਇਹ ਦੇਖ ਸਕਦੇ ਹੋ। ਐਂਡ ਫਿਰ ਜਦੋਂ ਮੈਂ ਰੀਜਨਲ ਸਿਨੇਮਾ ਦੀ ਗੱਲ ਕਰ ਰਹੀ ਹਾਂ, ਉੱਥੇ ਲਾਈਕ ਆਈ ਲਵ ਬੰਗਾਲੀ ਸਿਨੇਮਾ, ਐਂਡ ਦੈਨ ਤਮਿਲ ਹੈ, ਆਪਣਾ ਸਾਊਥ ਇੰਡੀਆ ਦਾ ਸਿਨੇਮਾ ਹੈ। ਇਸੇ ਤਰ੍ਹਾਂ ਪਾਕਿਸਤਾਨੀ ਸਿਨੇਮਾ ਜਿੰਨੀਆਂ ਕੁ ਉਹਨਾਂ ਦੀਆਂ ਫਿਲਮਾਂ ਹੈਗੀਆਂ ਨੇ, ਜਿਵੇਂ ਸ਼ੋਇਬ ਮਨਸੂਰ ਸਾਹਿਬ ਦੀਆਂ ਨੇ ਬੋਲ, ਫਿਰ ਖੁਦਾ ਕੇ ਲੀਏ, ਫਿਰ ਹੈ ਵਰਨਾ, ਉਹਨਾਂ ਦੀਆਂ 3 ਫਿਲਮਾਂ ਨੇ। ਤਾਂ ਇੱਦਾਂ ਦੀਆਂ ਇੱਕ ਹੋਰ ਬੜੀ ਪਿਆਰੀ ਫਿਲਮ ਹੈ, ਇਟਸ ਕਾਲਡ ਮੈਂ ਪੰਜਾਬ ਨਹੀਂ ਜਾਊਂਗੀ। ਹਾਂ, ਇਹ ਫਿਲਮ ਹੈ ਮੈਂ ਪੰਜਾਬ ਨਹੀਂ ਜਾਊਂਗੀ। ਸੋ ਪਿੰਕੀ ਮੇਮ ਸਾਹਿਬ ਹੈ ਇੱਕ ਨੈਟਫਲਿਕਸ 'ਤੇ। ਸੋ ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਕਿ ਰੀਜਨਲ ਨੇ ਜਾਂ ਆਪਣੇ ਦੇਸ਼ ਨਾਲ ਸੰਬੰਧ ਨਹੀਂ ਰੱਖਦੀਆਂ, ਬਟ ਦੇਰ ਵੰਡਰਫੁਲ, ਉਹਨਾਂ ਨੂੰ ਦੇਖਣ ਦਾ ਆਪਣਾ ਮਜ਼ਾ ਹੈ। ਤੁਸੀਂ ਜੇ ਡਰਾਮਿਆਂ ਦੀ ਲਿਸਟ ਚਾਹੁੰਦੇ ਹੋ ਜਾਂ ਫਿਰ ਕੁਛ ਫਿਲਮਾਂ ਦੀ ਰਿਕਮੈਂਡੇਸ਼ਨ, ਅਗੇਨ ਯੂ ਕੈਨ ਸੈਂਡ ਮੀ ਅ ਮੈਸੇਜ ਔਰ ਗੈਟ ਇਨ ਟੱਚ ਵਿਦ ਮੀ। ਇਸੇ ਤਰ੍ਹਾਂ ਸਿਨੇਮਾ ਦੀ ਗੱਲ ਅਗਰ ਕਰਾਂ ਤਾਂ ਇੰਡੀਅਨ ਸਿਨੇਮਾ ਤੋਂ ਬਾਹਰ ਜਿਹੜਾ ਮੇਰਾ ਪਰਸਨਲੀ ਫੇਵਰੇਟ ਹੈ, ਇਟਸ ਇਰਾਨੀਅਨ। ਈਰਾਨ ਦਾ ਸਿਨੇਮਾ ਬਹੁਤ ਖੂਬਸੂਰਤ ਹੈ। ਫਿਰ ਫਰੈਂਚ ਹੈ ਐਂਡ ਹਾਲੀਵੁੱਡ ਹੈ, ਆਫ ਕੋਰਸ, ਰਸ਼ੀਆ ਦਾ ਹੈ ਸਿਨੇਮਾ। ਸੋ ਮਤਲਬ ਇਹ ਚੀਜ਼ਾਂ ਤੁਸੀਂ ਐਕਸਪਲੋਰ ਕਰ ਸਕਦੇ ਹੋ ਜ਼ਿਆਦਾ। ਫਿਰ ਜੋ 10ਵਾਂ ਹੈ ਉਹ ਹੈ ਲਰਨ ਅ ਨਿਊ ਲੈਂਗੁਏਜ ਔਰ ਯੂਰ ਮਦਰ ਟੰਗਸ ਇਲੋਪਡ ਵਰਡਸ। ਇਹਦੇ 'ਚ ਮੈਂ ਚਾਹਾਂਗੀ ਕਿ ਬਹੁਤ ਸਾਰੇ ਆਪਣੇ ਕੋਲ ਔਨਲਾਈਨ ਤਰੀਕੇ ਹੁੰਦੇ ਨੇ ਕੋਈ ਭਾਸ਼ਾ ਸਿੱਖਣ ਦੇ। ਜਿਵੇਂ ਸਾਡੇ 'ਚੋਂ ਬਹੁਤ ਸਾਰੇ ਲੋਕਾਂ ਦੀ ਇੱਛਾ ਹੈ ਕਿ ਅਸੀਂ ਉਰਦੂ ਸਿੱਖਣਾ, ਐਂਡ ਔਨਲਾਈਨ ਆਪਾਂ ਸ਼ੁਰੂ ਕਰ ਸਕਦੇ ਹਾਂ ਆਰਾਮ ਨਾਲ। ਰੇਖਤਾ ਵਾਲਿਆਂ ਦੀ ਵੈਬਸਾਈਟ ਹੈ, ਉੱਤੇ ਕਰ ਸਕਦੇ ਹਾਂ। ਤੁਸੀਂ ਗੂਗਲ ਕਰ ਸਕਦੇ ਹੋ। ਦੇਰ ਆਰ ਸੋ ਮੈਨੀ ਐਪਸ ਜਿਹੜੀਆਂ ਤੁਹਾਨੂੰ ਬੇਸਿਕ ਅਲਿਫ ਬੇ ਪੇ ਤੋਂ ਬਾਅਦ ਥੋੜ੍ਹਾ ਜੋੜਨਾ ਅਤੇ ਅੱਖਰ ਸਿਖਾ ਹੀ ਦਿੰਦੀਆਂ। ਫਿਰ ਕੋਈ ਹੋਰ ਲੈਂਗੁਏਜ ਵੀ ਹੋ ਸਕਦੀ ਹੈ, ਇਟ ਕੁਡ ਬੀ ਫਰੈਂਚ, ਸਪੈਨਿਸ਼, ਕੋਈ ਵੀ ਭਾਸ਼ਾ ਹੋ ਸਕਦੀ, ਕੋਈ ਰੀਜਨਲ ਹੋ ਸਕਦੀ ਹੈ, ਹਰਿਆਣਵੀ, ਹਿਮਾਚਲ ਦੀ ਕੋਈ ਭਾਸ਼ਾ, ਐਂਡ ਦੈਨ ਰਾਜਸਥਾਨ ਦੀ, ਜਾਂ ਕੋਈ ਵੀ, ਅਤੇ ਤੁਸੀਂ ਉਹ ਸਿੱਖਣੀ ਸ਼ੁਰੂ ਕਰ ਸਕਦੇ ਹੋ। ਜ਼ਰੂਰੀ ਨਹੀਂ ਔਨਲਾਈਨ, ਤੁਹਾਡੇ ਕੋਈ ਦੋਸਤ ਹੋ ਸਕਦੇ ਜਿਹੜੇ ਤੁਹਾਨੂੰ ਰੋਜ਼ 10 ਮਿੰਟ 15 ਮਿੰਟ ਦੀ ਕਲਾਸ ਦੇ ਸਕਣ। ਯੂਟਿਊਬ 'ਤੇ ਬਹੁਤ ਸਾਰੀਆਂ ਵੀਡੀਓਜ਼ ਹੁੰਦੀਆਂ ਨੇ ਲੈਂਗੁਏਜਸ ਨੂੰ ਲੈ ਕੇ, ਉੱਥੋਂ ਤੁਸੀਂ ਸ਼ੁਰੂ ਕਰ ਸਕਦੇ ਹੋ। ਜਿਹੜਾ ਮੈਂ ਮਾਤ ਭਾਸ਼ਾ ਦੇ ਸ਼ਬਦ ਕਹੇ ਆ, ਉਹਦੇ ਵਿੱਚ ਇਹ ਹੈ ਕਿ ਆਪਣੀ ਜਿਹੜੀਆਂ ਆਪਣੇ ਤੋਂ ਪਹਿਲੀਆਂ ਪੀੜ੍ਹੀਆਂ ਨੇ, ਜੇ ਆਪਾਂ ਉਹਨਾਂ ਦੀ ਭਾਸ਼ਾ ਦੇਖੀਏ, ਉਹਨਾਂ ਦਾ ਮੁਹਾਵਰਾ, ਅਖੌਤਾਂ ਇਹੋ ਜਿਹੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਹੁਣ ਅਲੋਪ ਹੋ ਰਹੀਆਂ ਨੇ। ਫਿਰ ਇਸੇ ਤਰ੍ਹਾਂ ਬਹੁਤ ਸਾਰੇ ਇਹੋ ਜਿਹੇ ਸ਼ਬਦ ਨੇ ਜਿਹੜੇ ਹੁਣ ਅਸੀਂ ਨਹੀਂ ਬੋਲਦੇ, ਅਤੇ ਹੁਣ ਦੀ ਪੀੜ੍ਹੀ ਨੂੰ, ਈਵਨ ਮੈਨੂੰ ਵੀ ਨਹੀਂ ਬਹੁਤ ਸਾਰੇ ਆਉਂਦੇ, ਹੁਣ ਦੀ ਪੀੜ੍ਹੀ ਨੂੰ ਬਹੁਤ ਘੱਟ ਆਈਡੀਆ ਹੈ ਕਿ ਕੀ ਹੈ। ਜਿਵੇਂ ਪਿਛਲੇ ਦਿਨ ਹੀ ਮੈਨੂੰ ਕਿਸੇ ਮੁੰਡੇ ਨੇ ਪੁੱਛਿਆ ਕਿ ਕਰੰਡ ਕੀ ਹੁੰਦਾ, ਕਰੰਡ ਹੋਣਾ ਫਸਲ ਦਾ। ਸੋ ਮੇਰੇ ਲਈ ਸ਼ੌਕ ਜਿਹਾ ਸੀਗਾ ਹੈ ਨਾ, ਕਿ ਪਿੰਡ ਦੇ ਜਵਾਕ ਨੂੰ ਇਹ ਨਹੀਂ ਪਤਾ। ਸੋ ਆਈ ਥਿੰਕ ਇਹੋ ਜਿਹੇ ਸ਼ਬਦ ਹੋ ਸਕਦੇ, ਐਂਡ ਯੂ ਕੈਨ ਸਟਾਰਟ ਰਾਈਟਿੰਗ ਦੈਮ ਡਾਊਨ, ਮੇਕ ਅ ਲਿਸਟ ਐਂਡ ਸ਼ੇਅਰ ਇਟ ਵਿਦ ਯੂਰ ਫਰੈਂਡਸ। ਆਸ ਪਾਸ ਆਪਣੇ ਬੱਚਿਆਂ ਨੂੰ ਦੱਸ ਸਕਦੇ ਆ, ਤੁਸੀਂ ਆਪਦੇ ਕਜ਼ਨਸ ਨਾਲ ਗੱਲ ਕਰ ਸਕਦੇ ਆ। ਇਹਦੇ 'ਤੇ ਇੱਕ ਲਿਸਟ ਬਣਾਉਣੀ ਸ਼ੁਰੂ ਕਰ ਦਿਓ, ਜਿਹਦੇ ਵਿੱਚ ਇਹੋ ਜਿਹੇ ਸ਼ਬਦ ਆ ਜਿਹੜੇ ਹੁਣ ਨਹੀਂ ਬੋਲੇ ਜਾਂਦੇ, ਅਤੇ ਉਹਨਾਂ ਦੇ
ਮਤਲਬ ਨਾਲ ਲਿਖੇ ਜਾ ਸਕਦੇ ਆ। ਆਈ ਥਿੰਕ ਫੇਸਬੁੱਕ 'ਤੇ ਕੁਛ ਗਰੁੱਪਸ ਵੀ ਨੇ ਜਿਨ੍ਹਾਂ ਵਿੱਚ ਰੋਜ਼ ਇਹੋ ਜਿਹੇ ਸ਼ਬਦਾਂ ਬਾਰੇ ਗੱਲ ਹੁੰਦੀ ਆ। ਮੈਨੂੰ ਨਾਮ ਨਹੀਂ ਯਾਦ, ਪਰ ਤੁਸੀਂ ਮੈਨੂੰ ਇਹਦੇ ਬਾਰੇ ਪੁੱਛ ਸਕਦੇ ਹੋ, ਮੈਂ ਦੁਬਾਰਾ ਸਰਚ ਕਰਕੇ ਦੱਸ ਸਕਦੀ ਹਾਂ ਇਹਦੇ ਬਾਰੇ। ਫਿਰ ਇੱਕ ਬੋਨਸ ਪੁਆਇੰਟ 10 ਹੋ ਗਏ ਨੇ, ਬਟ ਸਟਿਲ ਅ ਬੋਨਸ ਸੁਪਰ ਥਿੰਗ that is I would say go through your wardrobe। ਤੁਹਾਡੇ ਜਿਹੜੇ ਕੱਪੜੇ ਨੇ ਹੁਣ ਤੱਕ ਦੇ, ਉਹਨਾਂ ਨੂੰ ਦੇਖੋ। ਮੇਬੀ ਜਸਟ ਸਾਰੇ ਬਾਹਰ ਕੱਢ ਕੇ ਉਹਨਾਂ ਨੂੰ ਤੈਅ ਲਾ ਕੇ ਦੁਬਾਰਾ ਤੋਂ ਰੱਖ ਸਕਦੇ ਹਾਂ, ਬਟ ਉਹਦੇ ਵਿੱਚ ਆਪਾਂ ਇਹ ਦੇਖ ਸਕਦੇ ਹਾਂ ਕਿਹੜਾ ਕੱਪੜਾ ਜਿਹੜਾ ਬਹੁਤ ਚਿਰ ਦਾ ਤੁਸੀਂ ਹੁਣ ਤੱਕ ਨਹੀਂ ਪਾਇਆ। ਸਪੈਸ਼ਲੀ ਕਿਹਾ ਜਾਂਦਾ ਕਿ ਜੇ 3 ਮਹੀਨੇ ਤੋਂ ਤੁਸੀਂ ਪੁਰਾਣਾ ਕੱਪੜਾ ਨਹੀਂ ਪਾਇਆ ਸੀਜ਼ਨਲ, ਤਾਂ ਇਹਦਾ ਮਤਲਬ ਤੁਸੀਂ ਉਹ ਡੋਨੇਟ ਕਰ ਸਕਦੇ ਹੋ ਜਾਂ ਅੱਗੇ ਦੇ ਸਕਦੇ ਆ ਕਿਸੇ ਨੂੰ। ਇਹਦਾ ਮਤਲਬ ਤੁਹਾਨੂੰ ਪਸੰਦ ਨਹੀਂ ਹੈ ਜਾਂ ਫॉर ਸਮ ਰੀਜ਼ਨ ਮੇਬੀ ਕੰਫਰਟੇਬਲ ਨਹੀਂ ਹੈ ਤੁਸੀਂ ਇਹਦੇ ਵਿੱਚ, ਤੁਹਾਨੂੰ ਰੰਗ ਨਹੀਂ ਪਸੰਦ ਹੈ, ਵਟਐਵਰ, ਫॉर ਸਮ ਰੀਜ਼ਨ ਯੂ ਆਰ ਨਾਟ ਵੇਅਰਿੰਗ ਇਟ, ਮੀਨਸ ਯੂ ਆਰ ਨਾਟ ਇਨਟੂ ਦੈਟ ਡਰੈਸ, ਅਤੇ ਤੁਸੀਂ ਉਹ ਦੇ ਦਿਓ ਕਿਸੇ ਨੂੰ ਅੱਗੇ, ਹੈ ਨਾ। ਮੇਬੀ ਕਿਸੇ ਦੇ ਹੋਰ ਉਹ ਫੇਵਰੇਟ ਹੋ ਸਕਦੀ ਹੈ ਜਦ ਤੁਸੀਂ ਦਿਓਗੇ। ਐਂਡ ਮੈਂ ਕੱਪੜਿਆਂ ਨੂੰ ਐਕਸਚੇਂਜ ਕਰਨ, ਰਿਸਾਈਕਲ ਕਰਨ ਦੇ ਵਿੱਚ ਵਿਸ਼ਵਾਸ ਰੱਖਦੀ ਹਾਂ। ਸੇਮ ਸਾਈਜ਼ ਜਿਨ੍ਹਾਂ ਦਾ ਹੈ ਤੁਹਾਡੇ ਦੋਸਤਾਂ ਦਾ, ਤੁਸੀਂ ਉਹਨਾਂ ਨੂੰ ਸ਼ੇਅਰ ਕਰ ਸਕਦੇ ਹੋ, ਤੁਸੀਂ ਐਕਸਚੇਂਜ ਕਰ ਸਕਦੇ ਹੋ। ਤੁਸੀਂ ਇੱਕ ਹੋਰ ਚੀਜ਼ ਇਹ ਹੋ ਸਕਦੀ ਹੈ ਕਿ ਮੰਨ ਲਓ ਤੁਸੀਂ ਐਮਬਰਾਇਡਰੀ ਸਿੱਖੀ ਆਪਣੀ ਮੰਮਾ ਤੋਂ, ਔਰ ਲਾਈਕ ਟੂ ਸਟਾਰਟ ਵਿਦ, ਯੂ ਕੈਨ ਸਟਾਰਟ ਵਿਦ ਗੰਢ ਤੋਪਾ, ਜਾਲੀ ਟਾਂਕਾ ਜਾਂ ਇੱਦਾਂ ਦਾ ਕੁਛ। ਸੋ ਜਿਵੇਂ ਹੁਣ ਗੰਢ ਤੋਪਾ ਹੈ, ਉਹ ਈਜ਼ੀਲੀ ਤੁਹਾਡੇ ਗਲਮੇ ਦੇ ਆਸ-ਪਾਸ ਜਾਂ ਬਾਹਾਂ ਦੇ ਆਸ-ਪਾਸ ਤੁਸੀਂ ਉਹਦਾ ਕੋਈ ਡਿਜ਼ਾਈਨ ਬਣਾ ਸਕਦੇ ਹੋ। ਸੋ ਤੁਸੀਂ ਆਪਣੀ ਜਿਹੜੇ ਆਰਟ ਦੀ ਕੋਈ ਇੱਦਾਂ ਦੀ ਫੋਰਮ ਸਿੱਖੀ, ਯੂ ਕੈਨ ਸਟਾਰਟ ਡੂਇੰਗ ਇਟ ਔਨ ਯੂਅਰ ਕਲੋਥਸ ਜਿਹੜੇ ਆਲਰੇਡੀ ਹੈਗੇ ਆ ਤੁਹਾਡੇ ਕੋਲ। ਤੁਸੀਂ ਕੋਈ ਇੱਕ ਮਤਲਬ ਇੱਕ ਟਾਂਕਾ ਹੁੰਦਾ, ਮੈਂ ਭੁੱਲ ਗਈ, ਜਿਹੜਾ ਸਿਰਫ ਲਾਈਕ ਫਲੋ ਕਰਦਾ, ਸਿਰਫ ਚੱਕਦਾ ਵੀ ਹੁੰਦੀ, ਉਹਦੇ ਵਿੱਚ ਚੱਕ ਲਿਆ ਦਬਤਾ, ਹੈ ਨਾ, ਸੂਈ ਨਾਲ। ਮੇਬੀ ਤੁਹਾਡੀ ਕੋਈ ਇੱਦਾਂ ਦੀ ਡਰੈਸ ਹੋਵੇ ਜਿੱਤੇ ਫੁੱਲ ਨੇ, ਜਾਂ ਤੁਹਾਡਾ ਸੂਟ ਹੋਵੇ ਇੱਦਾਂ ਦਾ ਕੋਈ, ਤਾਂ ਤੁਸੀਂ ਸਿਰਫ ਫੁੱਲਾਂ ਦੀ ਆਊਟਲਾਈਨਿੰਗ ਕਰ ਸਕਦੇ ਹੋ ਉਸ ਟਾਂਕੇ ਨਾਲ, ਔਰ ਬਹੁਤ ਅੱਛਾ ਹੈ। ਫਿਰ ਕੋਈ ਇੱਦਾਂ ਦੇ ਕੱਪੜੇ ਹੋ ਸਕਦੇ ਆ ਜਿਹੜੇ ਹੁਣ ਪਾਉਣ ਲਾਇਕ ਨਹੀਂ ਹੈਗੇ, ਫਟ ਗਏ ਨੇ ਜਾਂ ਕੁਛ ਵੀ, ਉਹਨਾਂ ਨੂੰ ਕਿਵੇਂ ਫਿਕਸ ਕਰਨਾ, ਜੇ ਤੁਸੀਂ ਨਹੀਂ ਫਿਕਸ ਕਰਨਾ ਉਹਨੂੰ ਕੀ ਕੀਤਾ ਜਾ ਸਕਦਾ। ਜਿਵੇਂ ਟੀ-ਸ਼ਰਟਸ ਨੂੰ ਕੱਟ ਕੇ ਉਹਨਾਂ ਦੇ ਕੋਸਟਰਸ ਬਣ ਸਕਦੇ, ਉਹਨਾਂ ਦੇ ਫੁੱਟ ਮੈਟਸ ਬਣ ਸਕਦੇ ਆ। ਇਹਦੇ ਬਾਰੇ ਤੁਸੀਂ ਯੂਟਿਊਬ 'ਤੇ ਗੂਗਲ ਕਰ ਸਕਦੇ ਹੋ, ਯੂਟਿਊਬ ਕਰ ਸਕਦੇ ਹੋ, ਜਾਂ ਫਿਰ ਦੇਰ ਇਜ਼ ਅ ਵੰਡਰਫੁਲ ਐਪ ਕਾਲਡ ਪਿੰਟਰਸਟ 'ਤੇ ਦੇਖ ਸਕਦੇ ਹੋ। ਯੂ ਕੈਨ ਮੇਕ ਯੂਰ ਬੋਰਡਸ, ਪਰ ਇਹ ਹੈ ਕਿ ਤੁਸੀਂ ਬੋਰਡ ਹੀ ਨਾ ਬਣਾਉਂਦੇ ਰਹਿ ਜਾਓ, ਲਾਈਕ ਸਟਾਰਟ ਡੂਇੰਗ ਇਟ, ਦੈਟਸ ਇਟ। ਅਤੇ ਜੇ ਕਿਸੇ ਤਰ੍ਹਾਂ ਦੀ ਵੀ ਫਰਦਰ ਕੁਐਰੀਜ਼ ਹੋਣ, ਤੁਸੀਂ ਕੁਛ ਪੁੱਛਣਾ ਹੋਵੇ, ਗਾਈਡੈਂਸ ਚਾਹੀਦੀ ਹੋਵੇ, ਜਾਂ ਤੁਸੀਂ ਮੇਰੇ ਨਾਲ ਆਪਣਾ ਬਣਾਈ ਕੋਈ ਚੀਜ਼ ਸ਼ੇਅਰ ਕਰਨੀ ਚਾਹੁੰਦੇ ਹੋ, ਯੂ ਆਰ ਮੋਰ ਦੈਨ ਵੈਲਕਮ। ਤੁਹਾਨੂੰ ਮੇਰੀ ਸੋਸ਼ਲ ਮੀਡੀਆ ਦੇ ਲਿੰਕਸ ਪਤਾ ਨੇ, ਐਂਡ ਮਾਈ ਈਮੇਲ ਆਈਡੀ ਇਜ਼ sanghajassi sanghajassi@gmail.com। Thank you for listening, and I hope you do something out of these and be happy. Shukriya, Tanwad. Thank you so much.